ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬੇਖਨ ਕੇ ਨਾਸਕ ਬਿਦਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਪਰਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਦੋਹਰਾ ਕਰਿਓ ਕੂਚ ਤੈਂ ਤੇ ਚੜੇ ਸ਼੍ਰੀ ਸਤਿਗੁਰ ਸੁਖਦਾਏ ਗਏ ਕਪੂਰੇ ਕੋਟ ਕੋ ਸਿੰਘ ਸੰਗ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ। ਅੰਮ੍ਰਿਤਮਈ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਸਰਵਣ ਕਰਨ ਲਈ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪ ਜੀ ਜੁੜ ਬੈਠੇ। ਸਾਹਿਬੇ ਕਮਾਲ ਸਤਿਗੁਰੂ ਗੁਰੂ ਕਲਗੀਧਰ ਜੀ ਬਰਗਾੜੀ 84 ਔਰ ਬਾਈਬਲ ਨਗਰ ਆਦਿਕ ਨਗਰਾਂ ਦੇ ਵਿੱਚ ਵਿਚਰ ਰਹੇ ਨੇ, ਜਿੱਥੇ ਗੁਰਦੇਵ ਨੇ ਗੁਰਸਿੱਖੀ ਦੀ ਬਾਰੀਕੀ ਵੇਖੀ ਔਰ ਬਚਨ ਕੀਤਾ, ਧੰਨ ਸਿੱਖੀ ਧੰਨ ਸਿੱਖੀ। ਬਚਨ ਕਹੇ ਸਤੀ ਦੇ ਸੰਤੋਖੀ ਖਾਏ। ਇਹ ਬਚਨ ਗੁਰਬਾਣੀ ਦੇ ਇਸ ਜਗ੍ਹਾ ਤੇ ਵਰਤਦੇ ਹਨ ਕਿ ਕਿਵੇਂ ਭਾਈ ਮਲਾਗਰ ਸਿੰਘ ਨੇ
ਇੱਕ ਗਰੀਬ ਗੁਰਸਿੱਖ ਦੇ ਘਰ 'ਚ ਸੁੱਕੇ ਪੀਲੂ ਖਾ ਕੇ ਸਬਰ ਤੇ ਸੰਤੋਖ ਵਿਖਾਇਆ, ਔਰ ਉਸ ਗਰੀਬ ਸਿੱਖ ਨੇ ਕਿਵੇਂ ਆਪਣੇ ਘਰ ਵਿੱਚ ਜੋ ਹਾਜ਼ਰ ਸੀ ਹਾਜ਼ਰ ਕਰਕੇ ਬੜੇ ਪ੍ਰੇਮ ਸਹਿਤ ਛਕਾਇਆ। ਇਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਵਿਸਥਾਰ ਸਹਿਤ ਸਰਵਣ ਕੀਤੀ ਹੈ। ਬਾਈਬਲ ਨਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲੇ ਹਨ। ਰਸਤੇ ਵਿੱਚ ਹੋਰ ਅਨੇਕਾਂ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ। ਆਓ ਮਨ ਬਿਰਤੀਆਂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਜੋੜੀਏ, ਵਾਲੀਏ ਕੁਲ ਆਲਮ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ ਹਿਰਦੇ 'ਚ ਵਸਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਿਓ ਕੂਚ ਤੈਂ ਤੇ ਚੜੇ, ਸ਼੍ਰੀ ਸਤਿਗੁਰ ਸੁਖ ਦਾਏ। ਸੁੱਖਾਂ ਦੇ ਦਾਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਈਬਲ ਨਗਰ ਤੋਂ ਚੱਲੇ ਹਨ, ਕੂਚ ਕੀਤਾ ਹੈ। ਗਏ ਕਪੂਰੇ ਕੋਟ ਕੋ, ਸਿੰਘ ਸੰਗ ਸਮੁਦਾਏ। ਕਪੂਰੇ ਦੇ ਕੋਟ ਵੱਲ, ਯਾਨੀ ਕਿ ਕੋਟ ਕਪੂਰਾ ਜੋ ਵੱਡਾ ਸ਼ਹਿਰ ਹੈ ਅੱਜ ਕੱਲ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗਏ ਨੇ ਕੋਟ ਕਪੂਰੇ। ਪਾਤਸ਼ਾਹ ਦੇ ਨਾਲ ਮਹਾਰਾਜ ਜੀ ਦੇ ਬਹੁਤ ਸਾਰੇ ਸਿੰਘ ਹਨ ਪਿਆਰ ਵਾਲੇ, ਮਹਾਰਾਜ ਜੀ ਦੇ ਸਿਪਾਹੀ ਨੇ, ਫੌਜਾਂ ਹਨ। ਚੌਪਈ ਕੀਤਕਪੁਰ ਤੇ ਉਤਰੇ ਦੂਰ, ਕੋਟਕਪੂਰੇ ਨਗਰ ਤੋਂ ਕੁਝ ਦੂਰ ਬਾਹਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ, ਨਗਰ ਵਿੱਚ ਨਹੀਂ ਗਏ। ਨਗਰ ਦੇ ਬਾਹਰ-ਬਾਹਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੈ। ਹੀਰੀ ਥਾਈ ਉਚਿਤ ਜਰੂਰ, ਜਿੱਥੇ ਸੋਹਣੀ ਉਚਿਤ ਥਾਂ ਸਤਿਗੁਰੂ ਜੀ ਨੇ ਵੇਖੀ ਡੇਰਾ ਕਰਨ ਵਾਸਤੇ, ਭਲਾ ਸਥਾਨ ਵੇਖਿਆ, ਉਸ ਜਗ੍ਹਾ ਤੇ ਸਤਿਗੁਰੂ ਜੀ ਉਤਰੇ ਹਨ। ਡੇਰਾ ਕਰਿਓ ਤੁਰੰਗ ਲਗਾਏ, ਡੇਰਾ ਕਰਕੇ ਸਤਿਗੁਰੂ ਜੀ ਨੇ ਘੋੜੇ ਲਵਾ ਦਿੱਤੇ ਹਨ। ਤ੍ਰਿਣ ਈਂਧਨ ਇਕੱਠੇ ਕਰ ਲਿਆਏ, ਘੋੜਿਆਂ ਵਾਸਤੇ ਘਾਹ ਪੱਠੇ ਦਾ ਪ੍ਰਬੰਧ ਕੀਤਾ ਹੈ। ਗੁਰੂ ਕੇ ਲੰਗਰਾਂ ਵਾਸਤੇ ਲੱਕੜੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਬੈਠੇ ਸਤਿਗੁਰ ਲਾਏ ਦੀਵਾਨ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੋਹਣੇ ਆਸਣ ਤੇ ਸਜ ਗਏ ਨੇ। ਦੀਵਾਨ ਸਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ। ਕੀਤਕ ਦਰਸ ਤੈ ਨਰ ਆਨ, ਕੋਟਕਪੂਰੇ ਨਗਰ ਦੇ ਜਿਹੜੇ ਲੋਕ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ, ਨੇੜੇ ਤੇੜੇ ਲੰਘਦਿਆਂ ਖਬਰ ਹੋਈ ਕਿ ਸਤਿਗੁਰੂ ਕਲਗੀਧਰ ਜੀ ਸਾਡੇ ਨਗਰ ਦੇ ਵਿੱਚ ਆਏ ਹਨ, ਤਾਂ ਉਹ ਦਰਸ਼ਨ ਦਿਦਾਰੇ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਆਉਣ ਲੱਗੇ। ਖਬਰ ਕਪੂਰੇ ਕੇ ਟਿਗ ਗਈ, ਇੱਥੋਂ ਦਾ ਜਿਹੜਾ ਕਪੂਰਾ ਚੌਧਰੀ ਸੀ, ਜਿਹਦੇ ਨਾਂ ਤੇ ਨਗਰ ਵਸਿਆ ਕੋਟ ਕਪੂਰਾ, ਆਪਾਂ ਇਕੱਠਾ ਕਹਿ ਦਿੰਦੇ ਅੱਜ ਕੱਲ ਕੋਟ ਕਪੂਰਾ, ਪਰ ਕੋਟ ਕਪੂਰਾ, ਕਪੂਰੇ ਦਾ ਕੋਟ, ਕੋਟ ਨਾਮ ਹੁੰਦਾ ਕਿਲੇ ਦਾ। ਇਹ ਚੌਧਰੀ ਸੀ ਇੱਥੋਂ ਦਾ ਕਪੂਰਾ। ਜਦੋਂ ਕਪੂਰੇ ਨੂੰ ਪਤਾ ਲੱਗਾ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਾਡੇ ਨਗਰ ਦੇ ਬਾਹਰ ਉਤਰੇ ਹੋਏ ਨੇ, ਮਿਲਬੇ ਕਾਰਨ ਤਿਆਰੀ ਕਈ, ਕਪੂਰੇ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਤਿਆਰੀ ਕੀਤੀ ਮਿਲਣ ਵਾਸਤੇ। ਘੋੜਾ ਏਕ ਸ਼ਿੰਗਾਰ ਬਣਾਇਓ, ਸੋਚਿਆ ਸਤਿਗੁਰੂ ਜੀ ਨੂੰ ਕੀ ਭੇਟ ਕਰਾਂ, ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਆਖਰਕਾਰ ਨਗਰ ਦਾ ਚੌਧਰੀ ਹਾਂ। ਇਹਨੇ ਇੱਕ ਬੜਾ ਸੁੰਦਰ ਘੋੜਾ ਤਿਆਰ ਕੀਤਾ।
ਘੋੜੇ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੈ। ਦੈਬੇ ਤੇ ਉਪਾਇਨ ਲਿਆਇਓ। ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਘੋੜਾ ਭੇਟਾ ਵਜੋਂ ਅਰਪਣ ਕਰਨ ਵਾਸਤੇ ਲੈ ਕੇ ਆਇਆ ਕਪੂਰਾ। ਕੀਤਕ ਨਰ ਲੈ ਕਰ ਨਿਜ ਸਾਥ। ਚੌਧਰੀ ਸੀ ਇਲਾਕੇ ਦਾ, ਇਸ ਕਰਕੇ ਆਪਣੇ ਨਾਲ ਆਪਣੇ ਕੁਝ ਨੌਕਰ ਚਾਕਰ ਤੇ ਨਗਰ ਦੇ ਜਿਹੜੇ ਕੁਝ ਪਤਵੰਤੇ ਸੱਜਣ ਹੁੰਦੇ ਨੇ ਉਹਨਾਂ ਨੂੰ ਕਪੂਰਾ ਆਪਣੇ ਨਾਲ ਲੈ ਕੇ ਆਇਆ ਸਤਿਗੁਰੂ ਜੀ ਦੇ ਦੀਦਾਰ ਕਰਨ ਲਈ। ਪਹੁੰਚਿਓ ਆਏ ਪਿਖੇ ਗੁਰਨਾਥ। ਜਗਤ ਗੁਰੂ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਪਦ ਅਰਬਿੰਦ ਬੰਦਨਾ ਕਰੀ। ਸਤਿਗੁਰੂ ਜੀ ਦੇ ਸੋਹਣੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਕਪੂਰੇ ਨੇ ਬੰਦਨਾ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ। ਹੱਥ ਬੰਦ ਬੈਠਿਓ ਤਿਸ ਕਰੀ। ਔਰ ਹੱਥ ਬੰਨ ਕੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਪਾਸ ਉਸੇ ਘੜੀ ਯਾਨੀ ਕਿ ਉਸੇ ਵੇਲੇ ਬੈਠ ਗਿਆ। ਕੁਸ਼ਲ ਪ੍ਰਸ਼ਨ ਕੈ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਪੂਰੇ ਤੋਂ ਕੁਸ਼ਲ ਪ੍ਰਸੰਨਤਾ ਸੁਨੇਹਾ ਪੁੱਛਿਆ। ਜਿਵੇਂ ਪੁੱਛਿਆ ਆਪਾਂ ਵੀ ਪੁੱਛਦੇ ਹਾਂ, ਭਾਈ ਰਾਜੀ ਖੁਸ਼ੀ ਹੋ, ਠੀਕ ਠਾਕ ਹੋ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ। ਕਿਰਪਾ ਆਪ ਕੀ ਆਨੰਦ ਮਹਾਨਾ। ਕਪੂਰੇ ਨੇ ਅੱਗੋਂ ਕਿਹਾ, ਮਹਾਰਾਜ ਜੀ ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਨਾਲ ਸਾਰੇ ਆਨੰਦ ਨੇ, ਸਾਰੀਆਂ ਖੁਸ਼ੀਆਂ ਖੇੜੇ ਹਨ। ਕਹੋ ਕਪੂਰਾ ਆਯੁਧ ਤਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਬੈਠਾ ਹੈ, ਕਪੂਰੇ ਦੇ ਕੋਲ ਸ਼ਸਤਰ ਹਨ। ਮਹਾਰਾਜ ਜੀ ਪੁੱਛਦੇ, ਹਾਂ ਕਪੂਰਿਆ ਸ਼ਸਤਰ ਧਾਰੀ ਹੈ? ਤੀਰ ਵੀਰਤਾ ਕੇ ਤਕ ਕਰੇ। ਕਪੂਰਾ ਤੂੰ ਸ਼ਸਤਰ ਧਾਰੀ, ਸ਼ਸਤਰ ਰੱਖਦਾ ਆਪਣੇ ਕੋਲ, ਤੇ ਕਿੰਨੀ ਕੁ ਵੀਰਤਾ ਤੇਰੇ ਕੋਲ, ਕਿੰਨਾ ਕੁ ਧੀਰਜ ਹੈ ਤੇਰੇ ਅੰਦਰ। ਰਣ ਕੀ ਚੌਂਪ ਵਿਸਾਲ ਕੇ ਨਾਹੀ। ਜੰਗ ਲੜਨ ਦਾ ਸ਼ੌਂਕ ਹੈ ਤੇਰੇ ਅੰਦਰ ਕਿ ਨਹੀਂ? ਕਿਉਂਕਿ ਸੂਰਮੇ ਨੂੰ ਤਾਂ ਜੰਗ ਲੜਨ ਦਾ ਸ਼ੌਂਕ ਹੁੰਦਾ, ਤੇਰੇ ਅੰਦਰ ਵੀ ਚਾਹ ਹੈ ਲੜਨ ਦਾ ਕਿ ਨਹੀਂ? ਜਿਸ ਤੇ ਵੀਰ ਪਰਮ ਪਦ ਪਾਹੀ। ਕਿਉਂਕਿ ਜੰਗ ਦੇ ਮੈਦਾਨ ਵਿੱਚ ਵੀਰ ਯੋਧੇ ਲੜ ਕੇ ਪਰਮ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਤੇਰੇ ਅੰਦਰ ਵੀ ਲੜਨ ਦਾ ਸ਼ੌਂਕ ਹੈ ਕਿ ਨਹੀਂ? ਕਿਉਂਕਿ ਲੜਾਈ ਜੂਝਬੋ ਕਾਮ ਹੈ ਛਤਰਨ ਕੋ, ਕਛ ਜੋਗਨ ਸਿਓ ਨਹੀਂ ਕਾਮ ਲੜਾਈ। ਛਤਰੀ ਦਾ ਕਰਮ ਹੁੰਦਾ ਜੰਗ ਦੇ ਮੈਦਾਨ 'ਚ ਜੂਝਣਾ, ਉਹਦੇ ਅੰਦਰ ਸ਼ੌਂਕ ਹੁੰਦਾ ਲੜਨ ਦਾ, ਜਿਸ ਨਾਲ ਉਹਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਗਇਓ ਕਪੂਰੇ ਸ਼੍ਰੀ ਗੁਰ ਸਾਥ। ਜਦੋਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਸਵਾਲ ਕੀਤੇ ਤੇ ਸੁਣ ਕੇ ਕਪੂਰਾ ਅੱਗੋਂ ਹੱਥ ਜੋੜ ਕੇ ਬੋਲਿਆ, ਇਹੋ ਜਗਨਾਥ ਆਪ ਕੇ ਹਾਥ। ਇਹ ਜਗਤ ਦੇ ਨਾਥ ਸਤਿਗੁਰੂ ਜੀ ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਕਪੂਰਾ ਕਹਿੰਦਾ, ਮਹਾਰਾਜ ਸਤਿਗੁਰੂ ਜੀ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ। ਤੀਰ ਵੀਰ ਕੋ ਪੀਰੂ ਬਣਾਵੋ। ਮਹਾਰਾਜ ਤੁਸੀਂ ਚਾਹੋ ਤੇ ਜੇ ਕੋਈ ਧੀਰ ਜੀ ਵੀਰ ਯੋਧਾ ਹੋਵੇ ਤਾਂ ਉਹਨੂੰ ਤੁਸੀਂ ਕਾਇਰ ਬਣਾ ਸਕਦੇ ਹੋ। ਵੀਰ ਯੋਧੇ ਨੂੰ, ਧੀਰ ਜੀ ਵੀਰ ਯੋਧੇ ਨੂੰ ਮਹਾਰਾਜ ਜੀ ਤੁਸੀਂ ਗੀਦੀ ਤੇ ਬੁਜ਼ਦਲ ਬਣਾ ਸਕਦੇ ਹੋ। ਪੀਰਨ ਤੇ ਬੋ ਜੁੱਧ ਮਚਾਵੋ। ਜੇ ਤੁਸੀਂ ਚਾਹੋ ਤੇ ਜਿਹੜੇ ਕਾਇਰ ਨੇ ਉਹਨਾਂ ਨੂੰ ਸੂਰਮੇ ਬਣਾ ਕੇ ਜੰਗ ਦੇ ਮੈਦਾਨ 'ਚ ਲੜਨ ਲਾ ਸਕਦੇ ਹੋ। ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਤੁਸੀਂ ਚਾਹੋ ਤੇ ਸੂਰਮੇ ਨੂੰ ਕਾਇਰ ਬਣਾ ਸਕਦੇ ਹੋ, ਤੇ ਚਾਹੋ ਤੇ ਕਾਇਰ ਨੂੰ ਸੂਰਮਾ ਬਣਾ ਕੇ ਜੰਗ ਦੇ ਮੈਦਾਨ ਵਿੱਚ ਲੜਨ ਲਾ ਸਕਦੇ ਹੋ। ਭਲਾ ਕਪੂਰੇ ਭਲਾ ਕਪੂਰੇ। ਸਤਿਗੁਰੂ ਜੀ ਨੇ ਅੱਗੋਂ ਸੁਣ ਕੇ ਜਵਾਬ ਦਿੱਤਾ। ਪਾਤਸ਼ਾਹ ਕਹਿੰਦੇ, ਕਪੂਰਿਆ ਭਲਾ, ਬੜਾ ਭਲਾ ਕਿਹਾ ਤਾਂ ਕਪੂਰਿਆ ਭਲਾ। ਏਦਾਂ ਸਤਿਗੁਰੂ ਜੀ ਨੇ ਬਚਨ ਕਹੇ। ਬੋਲੇ ਪਾਤਸ਼ਾਹ ਗੁਰਪੂਰੇ। ਕਪੂਰੇ ਨੂੰ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ ਤੇ ਕਹਿਣ ਲੱਗੇ, ਸਵਾਮੀ ਜਗਤਨਾਥ ਜੀ ਵਹਿਰ ਅਖੀਰ ਕਰੇ ਕਿਸ ਕੇਰਾ। ਮਹਾਰਾਜ ਜੀ ਕਹਿੰਦੇ, ਕਪੂਰਾ ਜੀ ਇਹ ਦੱਸੋ ਕਿ ਬਾਹਰ ਸ਼ਿਕਾਰ ਕਿਸ ਚੀਜ਼ ਦਾ ਖੇਡਦੇ ਹੋ? ਇੱਥੇ ਸ਼ਸਤਰ ਧਾਰੀਓ ਤੇ ਸ਼ਿਕਾਰ ਵੀ ਖੇਡਦੇ ਹੋਵੋਗੇ,
ਤੇ ਤੁਹਾਡੇ ਇਸ ਇਲਾਕੇ ਵਿੱਚ ਕਿਹੜਾ ਸ਼ਿਕਾਰ ਹੈ ਵੱਧ ਜੋ ਖੇਡਦੇ ਹੋ? ਕਿਤ ਦਿਸ਼ ਗਮਨ ਫਿਰੇ ਬਹੁ ਫੇਰਾ। ਕਿਹੜੇ ਪਾਸੇ ਨੂੰ ਸ਼ਿਕਾਰ ਖੇਡਣ ਲਈ ਜਾਂਦੇ ਹੋ? ਕਿਸ ਪਾਸੇ ਜ਼ਿਆਦਾ ਸ਼ਿਕਾਰ ਹੈ? ਕਿਸ ਪਾਸੇ ਜਾਣਾ ਚਾਹੀਦਾ ਹੈ? ਕਹੇ ਕਪੂਰਾ ਕੂਕਰ ਬਾਜ। ਕਪੂਰਾ ਕਹਿਣ ਲੱਗਾ, ਮਹਾਰਾਜ ਜੀ ਮੈਂ ਸ਼ਿਕਾਰ ਖੇਡਣ ਵਾਸਤੇ ਬਹੁਤ ਸੋਹਣੇ ਜਿਹੜੇ ਚੰਗੇ ਬਲੀ ਤੇ ਚੰਚਲ ਕੁੱਤੇ ਹੁੰਦੇ ਨੇ ਸ਼ਿਕਾਰ ਖੇਡਣ ਵਾਲੇ ਰੱਖੇ ਹੋਏ ਨੇ। ਉਹਨਾਂ ਤੋਂ ਇਲਾਵਾ ਮਹਾਰਾਜ ਜੀ ਮੈਂ ਬਹੁਤ ਵਧੀਆ ਬਾਜ ਰੱਖੇ ਹੋਏ ਨੇ ਸ਼ਿਕਾਰ ਕਰਨ ਲਈ। ਰਾਖੋ ਮੈਂ ਅਖੀਰ ਕੋ ਸਾਜ। ਸ਼ਿਕਾਰ ਖੇਡਣ ਵਾਸਤੇ ਜਿਹੜਾ ਜਿਹੜਾ ਸਾਜ ਚਾਹੀਦਾ ਹੈ, ਸ਼ਿਕਾਰੀ ਕੁੱਤੇ ਚਾਹੀਦੇ ਨੇ, ਚੀਤੇ ਚਾਹੀਦੇ ਨੇ, ਬਾਜ ਚਾਹੀਦੇ ਨੇ, ਮਹਾਰਾਜ ਜੀ ਉਹ ਸਾਰੇ ਮੇਰੇ ਕੋਲ ਹਨ। ਸ਼ਿਕਰੇ ਜ਼ੁਰਰੇ ਆਦ ਕਨੇਰੇ। ਬਾਜਾਂ ਦੀਆਂ ਕਿਸਮਾਂ ਵਿੱਚੋਂ ਸ਼ਿਕਰੇ ਹੁੰਦੇ ਨੇ, ਜ਼ੁਰਰੇ ਹੁੰਦੇ ਨੇ, ਇਹ ਵੀ ਬਾਜ ਮਹਾਰਾਜ ਜੀ ਮੈਂ ਆਪਣੇ ਕੋਲ ਰੱਖੇ ਹੋਏ ਨੇ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਬਾਜਾਂ ਦੀਆਂ ਕਿਸਮਾਂ ਨੇ। ਸ਼ਿਕਾਰ ਖੇਡਣ ਵਾਲੇ ਮੇਰੇ ਕੋਲ ਪੰਛੀ ਹਨ। ਅਨਵਾਏ ਦੇ ਦਰਬ ਬਡੇਰੇ। ਬਹੁਤ ਸਾਰਾ ਧਨ ਖਰਚ ਕੇ ਮਹਾਰਾਜ ਜੀ ਮੈਂ ਇਹ ਜਿਹੜੇ ਸ਼ਸਤਰ ਨੇ ਜਾਂ ਇਹ ਸ਼ਿਕਾਰੀ ਪੰਛੀ ਨੇ ਮੈਂ ਆਪਣੇ ਕੋਲ ਮੰਗਵਾਏ ਹਨ। ਬੜੇ ਬੇਹੰਗਨ ਜਾਨ ਨ ਦੇਤ। ਮਹਾਰਾਜ ਜੀ ਮੇਰੇ ਕੋਲ ਜਿਹੜੇ ਬਾਜ ਨੇ ਉਹ ਇੰਨੇ ਫੁਰਤੀਲੇ ਨੇ, ਇੰਨੇ ਵਧੀਆ ਸ਼ਿਕਾਰ ਕਰਦੇ ਨੇ ਵੀ ਵੱਡੇ ਵੱਡੇ ਪੰਛੀਆਂ ਨੂੰ ਵੀ ਆਪਣੇ ਪੰਜਿਆਂ ਚੋਂ ਬਾਹਰ ਨਹੀਂ ਜਾਣ ਦਿੰਦੇ। ਉਹ ਵੱਡੇ ਤੋਂ ਵੱਡੇ ਪੰਛੀਆਂ ਦਾ ਸ਼ਿਕਾਰ ਕਰ ਲੈਂਦੇ ਹਨ। ਬਲ ਤੇ ਝਪਟ ਕਰਤ ਗਹਿ ਲੇਤ। ਬਲ ਦੇ ਨਾਲ ਝਪਟ ਕਰਕੇ ਤੇ ਵੱਡੇ ਵੱਡੇ ਪੰਛੀਆਂ ਨੂੰ ਪਕੜ ਲੈਂਦੇ ਹਨ। ਇਹੋ ਜਿਹੇ ਬਲੀ ਬਾਜ ਹਨ। ਇਤਿਆਦਿਕ ਬਾतें ਕੁਛ ਔਰ। ਇਤਿਆਦਿਕ ਹੋਰ ਗੱਲਾਂ ਸ਼ਿਕਾਰ ਦੀਆਂ, ਜੰਗ ਯੁੱਧ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਕਪੂਰਾ ਕਰ ਰਹੇ ਹਨ। ਕਪੂਰੇ ਨੂੰ ਮਹਾਰਾਜ ਜੀ ਪੁੱਛਦੇ ਨੇ, ਕਪੂਰਾ ਦੱਸਦਾ ਹੈ ਏਦਾਂ ਇਹ ਗੱਲਾਂ ਬਾਤਾਂ ਸ਼ਿਕਾਰ ਦੇ ਸੰਬੰਧ ਵਿੱਚ, ਕਿਹੜਾ ਕਿਹੜਾ ਸ਼ਿਕਾਰ ਇੱਥੇ ਮਿਲਦਾ ਹੈ, ਕਿਵੇਂ ਇੱਥੇ ਸ਼ਿਕਾਰ ਖੇਡਣ ਨੂੰ ਕਿਹੜੇ ਪਾਸੇ ਨੂੰ ਜਾਣਾ ਪੈਂਦਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਮਹਾਰਾਜ ਜੀ ਕਪੂਰੇ ਨਾਲ ਬੈਠਿਆਂ ਕਰ ਰਹੇ ਨੇ। ਕਰਤ ਪਏ ਸੋਡੀ ਸਿਰ ਮੋਰ। ਇਹਨਾਂ ਤੋਂ ਇਲਾਵਾ ਹੋਰ ਵੀ ਕੁਝ ਬਚਨ ਬਿਲਾਸ ਹੋਏ ਨੇ। ਸੋਢੀ ਕੁਲ ਸਿਰ ਮੌਰ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਪੂਰੇ ਨਾਲ ਬੈਠਿਆਂ ਇਸ ਤਰ੍ਹਾਂ ਕੁਝ ਸਮਾਂ ਬਚਨ ਬਿਲਾਸ ਕੀਤੇ। ਕਰ ਬੰਧਨ ਉਠ ਸਦਨ ਸਿਧਾਰਾ। ਕਪੂਰੇ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ ਤੇ ਨਮਸਕਾਰ ਕਰਕੇ ਆਪਣੇ ਘਰ ਨੂੰ ਚਲਾ ਗਿਆ। ਸਤਿਗੁਰ ਦੇਖਤ ਦੁਰਗ ਵਿਚਾਰਾ। ਕਪੂਰੇ ਦਾ ਇੱਕ ਵੱਡਾ ਕਿਲਾ ਸੀ ਇੱਥੇ ਬਣਿਆ ਹੋਇਆ, ਤਾਂ ਹੀ ਇਸ ਨਗਰ ਦਾ ਨਾਮ ਹੀ ਕੋਟ ਕਪੂਰਾ ਸੀ। ਕਪੂਰੇ ਦਾ ਕਿਲਾ ਨਗਰ ਵਿੱਚ ਦਿਸਦਾ ਸੀ, ਸੋਹਣਾ ਬਣਿਆ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਪੂਰੇ ਦਾ ਕਿਲਾ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਵਿਚਾਰ ਕਰਦੇ ਹਨ, ਜੀ ਕਰਦੇ ਕਪੂਰਾ ਕੋਟ। ਵਿਚਾਰ ਕਰਦੇ ਨੇ ਕਿ ਜੇਕਰ ਕਪੂਰਾ ਚੌਧਰੀ ਸਾਨੂੰ ਇਹ ਕਿਲਾ ਦੇ ਦੇਵੇ, ਪੱਕਾ ਨਹੀਂ, ਕੁਝ ਸਮੇਂ ਲਈ ਚਾਹੀਦਾ, ਜੇਕਰ ਕਪੂਰਾ ਸਾਨੂੰ ਇਹ ਕਿਲਾ ਦੇ ਦੇਵੇ, ਲੱਖੋਂ ਤੁਰਕ ਹਤੇ ਗਹਿ ਓਟ। ਇਹ ਕਿਲਾ ਐਸਾ ਸੁੰਦਰ ਬਣਿਆ ਹੋਇਆ, ਸੋਹਣੇ ਢੰਗ ਦਾ ਬਣਿਆ, ਇਲਾਕਾ ਵੀ ਚੰਗਾ ਹੈ, ਇੱਥੇ ਅਸੀਂ ਲੱਖਾਂ ਤੁਰਕਾਂ ਨਾਲ ਲੜ ਕੇ ਉਹਨਾਂ ਨੂੰ ਮਾਰ ਸਕਦੇ ਇਸ ਕਿਲੇ ਦੀ ਓਟ ਲੈ ਕੇ। ਇਸ ਕਿਲੇ ਦੇ ਵਿੱਚ ਕਿਲਾਬੰਦੀ ਕਰਕੇ ਅਸੀਂ ਹਜ਼ਾਰਾਂ ਲੱਖਾਂ ਤੁਰਕਾਂ ਨਾਲ ਲੜ ਸਕਦੇ ਹਾਂ। ਜਿਤਵਤ ਰਹੇ ਬਿਤੀ ਤੈ ਰਾਤੀ। ਇਦਾਂ ਸਤਿਗੁਰੂ ਜੀ ਇਹ ਸੋਚ ਰਹੇ ਨੇ ਵੀ ਕਿਲਾ ਵਧੀਆ। ਮਹਾਰਾਜ ਜੀ ਜਾਣਦੇ ਸਨ ਕਿ ਪਿੱਛੇ ਵਜੀਦਾ ਫੌਜਾਂ ਲੈ ਕੇ ਆ ਰਿਹਾ ਲੜਨ ਵਾਸਤੇ, ਤੇ ਉਹਦੇ ਵਾਸਤੇ ਕਿਲਾ ਜਿਹੜਾ ਇਹ ਮਿਲ ਜਾਵੇ ਤੇ ਬੜਾ ਸੋਹਣੇ ਢੰਗ ਨਾਲ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਹੋ ਸਕਦਾ। ਇਹ ਵਿਚਾਰ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ। ਸੋਚ ਇਸ਼ਨਾਨ ਠਾਨ ਕਰ ਪ੍ਰਾਤੀ। ਆਪਣੇ ਸੁਖਾਸਣਾ ਤੇ ਸਤਿਗੁਰੂ ਬਿਰਾਜਮਾਨ ਹੋ ਗਏ, ਰਾਤ ਬੀਤ ਗਈ। ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਗੁਰਦੇਵ ਜੀ ਉੱਠੇ ਨੇ, ਸੋਚ ਇਸ਼ਨਾਨ ਕੀਤਾ ਹੈ। ਲੱਗਿਓ ਦੀਵਾਨ ਖਾਲਸੇ ਕੇਰਾ। ਇਧਰ ਸਤਿਗੁਰੂ ਜੀ ਦਾ ਦੀਵਾਨ ਲੱਗ ਗਿਆ, ਖਾਲਸੇ ਦਾ ਦੀਵਾਨ ਸਜ ਗਿਆ। ਸ਼ਸਤਰ ਬਸਤਰ ਤੇ ਸ਼ੁਭਤ ਕਨੇਰਾ। ਸਾਰੇ ਤਿਆਰ ਬਰ ਤਿਆਰ ਸਿੰਘ ਸ਼ਸਤਰਾਂ ਬਸਤਰਾਂ ਦੇ ਸਹਿਤ
ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਦੀਵਾਨ ਦੀ ਸ਼ੋਭਾ ਵਧਾ ਰਹੇ ਨੇ। ਨਰ ਨਾਰੀ ਗਨ ਗ੍ਰਾਮਨ ਕੇਰੇ, ਨੇੜੇ ਤੇੜੇ ਦੇ ਪਿੰਡਾਂ ਦੇ ਨਰ ਨਾਰੀਆਂ ਜਦੋਂ ਤਿਨਾਂ ਨੂੰ ਖਬਰ ਮਿਲੀ ਕਲਗੀਧਰ ਜੀ ਦੀ ਆਮਦ ਦੀ, ਉਹ ਸਾਰੇ ਹੁਮ ਹੁਮਾ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੇ। ਆਏ ਆਏ ਗੁਰ ਦਰਸ਼ਨ ਹੀਰੇ, ਦੌੜੇ ਆਉਂਦੇ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਨ। ਚਾਵਲ ਚੂਨ ਕ੍ਰਿਤਿਆਦਿਕ ਲਿਆਵੇ, ਕੋਈ ਚਾਵਲ ਲੈ ਕੇ ਆ ਰਿਹਾ ਹੈ, ਕੋਈ ਆਟਾ ਲੈ ਕੇ ਆ ਰਿਹਾ ਹੈ, ਕੋਈ ਘਿਓ ਲੈ ਕੇ ਆ ਰਿਹਾ ਹੈ। ਦੇਗ ਬਿਕੈ ਦਦ ਦੂਧ ਸੋ ਪਾਵੇ, ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚ ਲਿਆ ਕੇ ਕੋਈ ਦਹੀਂ ਭੇਟ ਕਰਦਾ ਹੈ, ਕੋਈ ਦੁੱਧ ਭੇਟ ਕਰਦਾ ਹੈ। ਪਾਓ ਪ੍ਰੇਮ ਤੇ ਤਰੇ ਦਰਸ ਕਰ, ਔਰ ਬੜੇ ਪ੍ਰੇਮ ਭਾਵਨਾ ਸਹਿਤ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦੀਦਾਰ ਕਰਦੇ ਹਨ। ਬੰਦੇ ਪਦ ਅਰਬਿੰਦ ਹਰਖ ਧਰ, ਔਰ ਸਤਿਗੁਰੂ ਜੀ ਦੇ ਚਰਨਾਂ ਤੇ ਬੜੇ ਅਦਬ ਭਾਵ ਨਾਲ ਬੰਦਨਾ ਕਰਦੇ ਹਨ। ਮਹਾਰਾਜ ਜੀ ਦੇ ਚਰਨਾਂ ਤੇ ਬੜੇ ਪਿਆਰ ਨਾਲ ਨਮਸਕਾਰ ਕਰਦੇ ਹਨ। ਇੱਕ ਨਿਸਬਾ ਸੁਰ ਜਬੇ ਬਿਤਾਇਓ, ਇਸੇ ਤਰ੍ਹਾਂ ਇੱਕ ਦਿਨ ਤੇ ਇੱਕ ਰਾਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਤੀਤ ਕੀਤੀ, ਬਹੁਰ ਕਪੂਰਾ ਚੱਲ ਕਰ ਆਇਓ। ਅਗਲੇ ਦਿਨ ਇੱਕ ਰਾਤ ਬੀਤ ਗਈ ਤੋ ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਕਪੂਰਾ ਫੇਰ ਆਇਆ। ਦੀਰਘ ਜਾਮਾ ਜਿਸ ਘਰ ਪਰਿਓ, ਇਹ ਤੇ ਇੱਕ ਵੱਡਾ ਢਿੱਲਾ ਜਿਹਾ ਚੋਲਾ ਜਿਹਾ ਪਾਇਆ ਹੋਇਆ, ਲੰਮਾ ਜਿਹਾ ਕੁੜਤਾ ਹੁੰਦਾ ਜਿਵੇਂ, ਤੇ ਉਹ ਲੰਮਾ ਸੀ ਤੇ ਚੌੜਾ ਜਿਹਾ, ਆਮ ਕਰਕੇ ਗੋਲ ਆਕਾਰ ਦੇ ਚੌਧਰੀ ਜਿਹੜੇ ਪਾਉਂਦੇ ਸਨ ਚੋਲੇ ਵਗੈਰਾ, ਉਹ ਥੱਲੇ ਉਹ ਘਗਰੀ ਨੁਮਾ ਜੇ ਬਣੇ ਹੁੰਦੇ ਸਨ। ਤੋ ਬੜੇ ਵੱਡੇ ਆਕਾਰ ਦਾ ਇੱਕ ਜਾਮਾ ਜਿਹੜਾ ਸੀ ਉਹ ਕਪੂਰੇ ਨੇ ਆਪਣੇ ਸਰੀਰ ਤੇ ਪਾਇਆ ਹੋਇਆ ਹੈ। ਚਾਲ ਸ਼ਿਗਰ ਤੇ ਬਹੁ ਬਿਸਤਰਿਓ, ਤੇ ਜਦੋਂ ਤੇਜ਼ ਚੱਲਦਾ ਤੇ ਉਹ ਜਿਹੜਾ ਚੋਲਾ ਇਹਦਾ ਖਿਲਰਦਾ ਹੈ, ਜਦੋਂ ਤੇਜ਼ੀ ਨਾਲ ਟੁਰਦਾ ਚੌਧਰੀ ਕਪੂਰਾ, ਤੇ ਉਹ ਚੋਲਾ ਜਿਹੜਾ ਪਾਇਆ ਹੋਇਆ ਨੇ ਸਰੀਰ ਤੇ ਉਹ ਖਿਲਰਦਾ ਓਨਾ ਹੀ ਜ਼ਿਆਦਾ ਚੌੜਾ ਹੁੰਦਾ ਹੈ। ਹਾਥਨ ਸਾਥ ਸੰਭਾਰਤ ਨਾਈ, ਤੇ ਉਹ ਜ਼ਿਆਦਾ ਵੱਡਾ ਹੋਣ ਕਰਕੇ ਖਿਲਰਦਾ ਚਾਰੇ ਪਾਸੇ ਤੇ ਹੱਥ ਨਾਲ ਉਹਨੂੰ ਸੰਭਾਲ ਕੇ ਨਹੀਂ ਚੱਲਦਾ। ਤੇ ਲੰਮਾ ਵੀ ਜ਼ਿਆਦਾ ਸੀ, ਥੱਲੇ ਉਹ ਜ਼ਮੀਨ ਤੇ ਵੀ ਲੱਗਦਾ ਸੀ, ਤੇ ਜ਼ਮੀਨ ਤੇ ਲੱਗਦਾ ਜਦੋਂ ਖਿਲਰਿਆ ਹੋਇਆ ਤੇ ਮਿੱਟੀ ਵੀ ਉੱਡਦੀ ਹੈ ਨਾਲ, ਤੇ ਉਹਨੂੰ ਸੰਭਾਲ ਕੇ ਨਹੀਂ ਪਿਆ ਟੁਰਦਾ, ਇਕੱਠਾ ਕਰਕੇ ਨਹੀਂ ਪਿਆ ਟੁਰਦਾ, ਔਰ ਕਾਲੀ ਕਾਲੀ ਟੁਰਿਆ ਜਾਂਦਾ ਹੈ। ਚਲਤ ਉਡਾਵਤ ਰਜ ਮਗ ਮਾਈ, ਔਰ ਟੁਰਿਆ ਆਉਂਦਾ ਤੇ ਇਹਦੇ ਚੋਲੇ ਦੇ ਨਾਲ ਮਿੱਟੀ ਉੱਡਦੀ ਹੈ ਜਿਹੜਾ ਪਾਇਆ ਹੋਇਆ ਇਹਨੇ ਜਾਮਾ, ਵੱਡੇ ਆਕਾਰ ਦਾ ਹੈ, ਸੰਭਾਲ ਕੇ ਨਹੀਂ ਚੱਲ ਰਿਹਾ। ਜਦੋਂ ਚੱਲਦਾ ਤੇਜ਼ੀ ਦੇ ਨਾਲ ਚੱਲਦਾ ਤੇ ਉਹ ਇਦਾਂ ਖਿਲਰਦਾ ਹੈ, ਉਹਦੇ ਨਾਲ ਜ਼ਮੀਨ ਦੇ ਉੱਤੋਂ ਮਿੱਟੀ ਜਿਹੜੀ ਆ ਉੱਡਦੀ ਹੈ, ਇਦਾਂ ਮਿੱਟੀ ਉਡਾਉਂਦਾ ਆ ਰਿਹਾ ਹੈ। ਤਿਮਈ ਸਤਿਗੁਰ ਕੇ ਟਿਗ ਆਇਓ, ਉਸੇ ਤਰ੍ਹਾਂ ਚੱਲਦਾ ਚੱਲਦਾ ਮਿੱਟੀ ਉਡਾਉਂਦਾ ਉਡਾਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਦਰਬਾਰ ਸਜਿਆ, ਬਾਰ-ਬਾਰ ਨਗਰ ਤੋਂ ਬਾਹਰ ਹੀ ਉਤਰੇ ਹੋਏ ਸਨ, ਉੱਥੇ ਤੱਕ ਚੱਲਦਾ ਆ ਗਿਆ। ਚੈਤ ਅਪਨ ਪੋ ਸਬਨ ਦਿਖਾਇਓ, ਆਪਣਾ ਆਪ ਵਿਖਾਣਾ ਚਾਹੁੰਦਾ ਸੀ ਵੀ ਮੈਂ ਚੌਧਰੀ ਹੁੰਨਾ ਇਲਾਕੇ ਦਾ, ਮੈਂ ਇਸ ਕਿਲੇ ਦਾ ਮਾਲਕ ਆ, ਇਸ ਨਗਰ ਦਾ ਚੌਧਰੀ ਆ। ਆਪਣੀ ਹੰਗਤਾ ਜੀ ਕੀਤੀ ਹੋਈ ਤੇ ਚੋਲਾ ਵੀ ਜਾਣ ਬੁੱਝ ਕੇ ਵੱਡਾ ਪਾ ਕੇ ਆਇਆ ਵੀ ਮੇਰੇ ਕੋਲ ਕੱਪੜਾ ਹੈ ਘਰ ਵਿੱਚ, ਵੱਡੇ ਆਕਾਰ ਦਾ, ਤੇ ਉਹ ਥੱਲੇ ਖਿਲਰਦਾ ਫਿਰੇ ਚੌਲਾ ਇਹਦਾ ਜਿਹੜਾ ਜਾਮਾ ਇਹਨੇ ਪਾਇਆ ਹੋਇਆ ਸਰੀਰ ਤੇ, ਉਹਦੇ ਨਾਲ ਮਿੱਟੀ ਘਾਟਾ ਉੱਡਦਾ ਹੈ। ਤੇ ਆਪਣਾ ਆਪ ਜਣਾਉਣ ਲਈ ਹੰਕਾਰ ਤੇ ਹੈਂਕੜ ਨਾਲ ਭਰਿਆ ਕਪੂਰਾ ਆਉਂਦਾ ਹੈ। ਮਲਾਗਰ ਸਿੰਘ ਤਿਸ ਕੋ ਦੇਖ, ਭਾਈ ਮਲਾਗਰ ਸਿੰਘ ਨੇ ਜਦੋਂ ਕਪੂਰੇ ਨੂੰ ਇਸ ਤਰ੍ਹਾਂ ਵੇਖਿਆ, ਆਏ ਉਡਾਵਤ ਤੂਲ ਵਿਸ਼ੇਖ, ਵੇਖਿਆ ਕਿ ਕਪੂਰਾ ਮਿੱਟੀ ਉਡਾਉਂਦਾ ਆ ਰਿਹਾ, ਧੂੜ ਜਿਹੜੀ ਆ ਉਹਦੇ ਚੋਲੇ ਨਾਲ ਲੱਗ ਕੇ ਉੱਡਦੀ ਆ ਰਹੀ ਹੈ। ਚੌਧਰੀ ਚਲੋ ਅਦਬ ਕੇ ਸਾਥ, ਭਾਈ ਮਲਾਗਰ ਸਿੰਘ ਨੇ ਆਖਿਆ ਚੌਧਰੀ ਸਾਹਿਬ ਅਦਬ ਨਾਲ ਚੱਲੋ, ਚੋਲਾ ਇਕੱਠਾ ਕਰਕੇ ਹੱਥ 'ਚ ਫੜ ਕੇ ਚੱਲੋ, ਸਤਿਗੁਰਾਂ ਦਾ ਦਰਬਾਰ ਸਜਿਆ, ਮਿੱਟੀ ਉਡਾਉਂਦਾ ਆ ਰਿਹਾ। ਬੇਨਤੀ ਕੀਤੀ ਉਹਨੇ ਭਾਈ ਮਲਾਗਰ ਸਿੰਘ, ਯੋਗ ਨਹੀਂ ਸੀ। ਜਦੋਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਤੇ ਚੋਲਾ ਮਿੱਟੀ ਉਡਾਉਂਦਾ ਆਵੇ, ਉਹ ਮਿੱਟੀ ਘੱਟਾ ਉੱਡ ਕੇ ਸਤਿਗੁਰਾਂ ਦੇ ਕੋਲ ਆਉਣਾ, ਫਿਰ ਜਿਹੜਾ ਚੋਲਾ ਪਾਇਆ ਹੋਇਆ ਵੀ ਮਿੱਟੀ ਘੱਟੇ ਨਾਲ ਧੂਸਰ ਹੋਇਆ ਸਤਿਗੁਰਾਂ ਤੱਕ ਲੈ ਕੇ ਆਉਣਾ। ਤੇ ਭਾਈ ਮਲਾਗਰ ਸਿੰਘ ਨੇ ਕਿਹਾ ਜੀ ਅਦਬ ਰੱਖੋ,
ਚੌਧਰੀ ਸਾਹਿਬ ਜੀ ਅਦਬ ਦੇ ਨਾਲ ਚੋਲਾ ਸੰਭਾਲ ਕੇ ਚੱਲ ਕੇ ਆਓ। ਗਰਦ ਉਡਤ ਬੈਠੇ ਗੁਰਨਾਥ, ਤੁਹਾਡੇ ਚੋਲੇ ਨਾਲ ਗਰਦਾ ਉੱਡ ਰਿਹਾ ਹੈ ਤੇ ਅੱਗੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਸਜੇ ਹੋਏ ਨੇ, ਕਲਗੀਧਰ ਪਾਤਸ਼ਾਹ ਜੀ ਬਿਰਾਜੇ ਹੋਏ ਨੇ, ਯੋਗ ਨਹੀਂ। ਇਹ ਧਿਆਨ ਉਹਨਾਂ ਨੂੰ ਵੀ ਦੇਣਾ ਚਾਹੀਦਾ, ਇਸ ਕਥਾ ਤੋਂ ਸੇਧ ਲੈਣੀ ਚਾਹੀਦੀ ਹੈ। ਜਿਹੜੇ ਕਈ ਗੁਰਮੁਖ ਪਿਆਰੇ ਜਾਂ ਮਾਈਆਂ ਬੀਬੀਆਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਤੇ ਨਾਲ ਝਾੜੂ ਫੜ ਕੇ ਦਰਬਾਰ ਦੇ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਹੀ ਝਾੜੂ ਫੇਰਦੀਆਂ ਹੁੰਦੀਆਂ, ਜਾਂ ਕਈ ਵੀਰ ਜਿਹੜੇ ਨੇ ਜਦੋਂ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਦਰਬਾਰ ਵਿੱਚ, ਫਿਰ ਝਾੜੂ ਦਰਬਾਰ ਵਿੱਚ ਨਹੀਂ ਫੇਰਨਾ। ਝਾੜੂ ਦਰਬਾਰ ਵਿੱਚ ਉਦੋਂ ਫੇਰਨਾ ਜਦੋਂ ਸਤਿਗੁਰਾਂ ਦਾ ਸੁਖਾਸਣ ਹੋ ਕੇ ਮਹਾਰਾਜ ਜੀ ਸੁਖਾਸਣਾਂ ਤੇ ਬਿਰਾਜ ਜਾਣ, ਤੇ ਸਤਿਗੁਰਾਂ ਦੇ ਪ੍ਰਕਾਸ਼ ਤੋਂ ਪਹਿਲਾਂ ਝਾੜੂ ਆਦਿਕ ਫੇਰ ਕੇ ਐਨ ਸਾਫ਼ ਸਫਾਈ ਕਰ ਦਿਓ। ਜਦੋਂ ਦਰਬਾਰ ਸਜ ਜਾਵੇ, ਸਤਿਗੁਰਾਂ ਦਾ ਪ੍ਰਕਾਸ਼ ਹੋ ਜਾਵੇ, ਫਿਰ ਝਾੜੂ ਨਹੀਂ ਫੇਰਨਾ ਚਾਹੀਏ, ਮਰਿਆਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਭਾਈ ਮਲਾਗਰ ਸਿੰਘ ਜੀ ਥੋੜਾ ਜਿਹਾ ਬਾਹਰ ਬੈਠੇ ਹੋਏ ਸੀ। ਉਧਰੋਂ ਕਪੂਰਾ ਆਉਂਦਾ ਸੀ। ਕਪੂਰੇ ਨੂੰ ਕਹਿੰਦੇ, ਚੌਧਰੀ ਸਾਹਿਬ ਤੁਹਾਡੇ ਚੋਲੇ ਨਾਲ ਗਰਦਾ ਉੱਡ ਰਿਹਾ, ਅੱਗੇ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਤੇ ਗਰਦਾ ਉੱਡ ਕੇ ਸਤਿਗੁਰਾਂ ਤੇ ਪਵੇਗਾ, ਆਪ ਜੀ ਚੋਲਾ ਸੰਭਾਲ ਕੇ ਚੱਲ ਕੇ ਆਓ। ਵਸਤਰ ਸੰਕੋਚ ਪਸਾਰੋ ਨਾਏ, ਇਹ ਆਪਣਾ ਚੋਲਾ ਸੰਕੋਚ ਲੋ, ਇਕੱਠਾ ਕਰਕੇ ਪਕੜ ਲੋ, ਇਹਨੂੰ ਏਦਾਂ ਪਸਾਰ ਕੇ ਨਾ ਆਓ। ਸਰਲ ਪਰਲ ਹੋਏ ਕਿਸ ਬਿਦ ਜਾਏ। ਭਾਈ ਸਾਹਿਬ ਭਾਈ ਮਲਾਗਰ ਸਿੰਘ ਜੀ ਕਹਿੰਦੇ, ਕਿਵੇਂ ਸਰਲ ਭਰਲ ਜਾ ਹੋਇਆ ਹੋਣਾ, ਯਾਨੀ ਕਿ ਟੇਢਾ ਮੇਢਾ ਜਾ ਹੋ ਕੇ ਟੁਰਿਆ ਹੋਣਾ, ਵੀ ਸਿੱਧਾ ਹੋ ਕੇ ਪਿਆਰ ਨਾਲ ਚੱਲ ਸਤਿਗੁਰਾਂ ਦੇ ਅਦਬ ਦੇ ਵਿੱਚ। ਏਦਾਂ ਬੜੀ ਹੈਂਕੜ ਦੇ ਵਿੱਚ ਟੇਢਾ ਮੇਢਾ ਜਾ ਹੋਇਆ ਟੁਰਿਆ ਹੋਣਾ, ਚੌਧਰੀ ਮਹਾਰਾਜ ਜੀ ਦਾ ਅਦਬ ਰੱਖ। ਸਹਿਤ ਅਦਾਇਬ ਸਾਹਿਬ ਦੇਖ, ਤੇ ਅਦਬ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ। ਜੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਫਿਰ ਅਦਬ ਨਾਲ ਸਤਿਕਾਰ ਨਾਲ ਦਰਸ਼ਨ ਕਰੋ, ਅਦਬ ਸਹਿਤ ਮਹਾਰਾਜ ਜੀ ਦੇ ਦੀਦਾਰ ਕਰੋ। ਤਜ ਕਰ ਮਨ ਕੋ ਮਾਨ ਵਿਸ਼ੇਖ, ਆਪਣੇ ਮਨ ਦਾ ਮਾਣ ਛੱਡ ਕੇ ਆਓ ਚੌਧਰੀ ਜੀ, ਇਹ ਮਾਣ ਤਿਆਗ ਕੇ ਫਿਰ ਸਤਿਗੁਰਾਂ ਦੇ ਦਰਸ਼ਨ ਕਰੋ, ਕਿਉਂਕਿ ਇੱਥੋਂ ਹੀ ਇਹ ਹੁਕਮ ਹੁੰਦਾ, ਸਾਧੋ ਮਨ ਕਾ ਮਾਨ ਤਿਆਗੋ। ਮਨ ਦਾ ਮਾਣ ਛੱਡ ਕੇ ਤਿਆਗ ਕੇ ਸਤਿਗੁਰਾਂ ਦੇ ਦਰਸ਼ਨ ਕਰੋ। ਸਿੰਘ ਬਾਕ ਸੁਨ ਕਰ ਜਨ ਦਾਵਾ, ਕਹਿੰਦੇ ਜਦੋਂ ਭਾਈ ਮਲਾਗਰ ਸਿੰਘ ਦੇ ਬਚਨ ਇਹਨੇ ਚੌਧਰੀ ਕਪੂਰੇ ਨੇ ਸੁਣੇ, ਮਾਨੋ ਇਹਨੂੰ ਅੱਗ ਲੱਗ ਗਈ ਹੋਵੇ, ਬਚਨ ਅੱਗ ਦਾ ਕੰਮ ਕੀਤੇ ਦੇ ਵਾਸਤੇ। ਮਨ ਬਨ ਕੋ ਲਗ ਅਧਿਕ ਜਲਾਵਾ, ਦਾਵਾ ਅਗਨ ਦੇ ਸਮਾਨ ਭਾਈ ਮਲਾਗਰ ਸਿੰਘ ਦੇ ਬਚਨ ਇਹਦੇ ਮਨ ਰੂਪੀ ਜੰਗਲ ਨੂੰ ਸਾੜ ਕੇ ਰੱਖ ਦਿੱਤਾ ਉਹਨਾਂ ਬਚਨਾਂ ਨੇ, ਕਿਉਂਕਿ ਹੰਕਾਰੀ ਸੀ। ਹਾਲਾਂਕਿ ਭਾਈ ਸਾਹਿਬ ਨੇ ਤਾਂ ਸਮਾਤੀ ਦਿੱਤੀ ਹੈ ਨਾ। ਸੁਭਾਵਕ ਅਕਸਰ ਕਈ ਵਾਰ ਇਦਾਂ ਵੇਖਣ ਨੂੰ ਮਿਲਦਾ ਗੁਰੂ ਧਾਮਾਂ ਗੁਰੂ ਅਸਥਾਨਾਂ ਤੇ, ਜੇ ਕੋਈ ਗੁਰਮੁਖ ਪਿਆਰਾ ਭਾਈ ਟੋਕਦਾ ਹੈ ਕਿ ਆਹ ਭਾਈ ਯੋਗ ਨਹੀਂ, ਤੁਸੀਂ ਏਦਾਂ ਨਾ ਕਰੋ, ਤੇ ਅੱਗੋਂ ਲੜਨ ਨੂੰ ਪੈਂਦੇ ਹਨ ਵੀ ਤੂੰ ਜ਼ਿਆਦਾ ਮੈਨੂੰ ਮਤ ਦਿੰਨਾ। ਸੇਵਾਦਾਰਾਂ ਨਾਲ ਹੀ, ਗੁਰੂ ਘਰ ਦੇ ਜਿਹੜੇ ਸੇਵਾਦਾਰ ਹੁੰਦੇ ਉਹਨਾਂ ਨਾਲ ਹੀ ਕਈ ਲੜਦੇ ਵੇਖੇ ਜਾਂਦੇ ਨੇ। ਉਹ ਕਹਿ ਦੇਣ ਕਿ ਭਾਈ ਇਹ ਪੈਰ ਚਰਨ ਧੋ ਕੇ ਜਾਓ ਚਰਨ ਕੁੰਡ 'ਚ, ਉੱਥੇ ਹੀ ਕਈ ਲੜਦੇ ਹੁੰਦੇ ਆ, ਨਹੀਂ ਜਾਂਦੇ ਜੀ ਅਸੀਂ ਪੈਰ ਨਹੀਂ ਧੋਂਦੇ, ਅਸੀਂ ਨਹੀਂ ਪੈਰ ਧੋ ਕੇ ਅੰਦਰ ਜਾਣਾ, ਉੱਥੇ ਹੀ ਲੜਾਈ ਕਰਨ ਲੱਗ ਪੈਂਦੇ। ਹਾਲਾਂਕਿ ਉਹ ਵੀ ਤਾਂ ਇੱਕ ਸਤਿਕਾਰ ਵਜੋਂ ਹੀ ਕਹਿ ਰਿਹਾ ਵੀ ਚਰਨ ਧੋ ਕੇ ਸਤਿਗੁਰਾਂ ਦੇ ਦਰਬਾਰ 'ਚ ਜਾਓ, ਜਾਂ ਕੋਈ ਸਿਰ ਕੱਜ ਕੇ ਜਾਓ। ਕੋਈ ਵੀ ਅਦਬ ਦੇ, ਜਿੱਥੇ ਸਾਨੂੰ ਕੋਈ ਅਦਬ ਸਿਖਾਉਂਦਾ ਕਿ ਸਤਿਗੁਰਾਂ ਦੇ ਅਦਬ ਦੇ ਨਾਲ ਜਾ ਕੇ ਦਰਸ਼ਨ ਦਿਦਾਰੇ ਕਰੋ, ਉਹਦਾ ਤਾਂ ਸਗੋਂ ਧੰਨਵਾਦ ਕਰਨਾ ਚਾਹੀਦਾ ਹੈ। ਤੋ ਅਕਸਰ ਅਸੀਂ ਏਦਾਂ ਗੁਰੂ ਧਾਮਾਂ ਗੁਰੂ ਅਸਥਾਨਾਂ ਤੇ ਵੇਖਦੇ ਹਾਂ ਲੜਦਿਆਂ ਹੋਇਆਂ ਨੂੰ, ਇਹ ਯੋਗ ਨਹੀਂ ਹੈ। ਕਪੂਰਾ ਵੀ ਉਹੋ ਜਿਹਾ ਸੀ ਵੀ ਮੈਂ ਚੌਧਰੀ ਹੁੰਨਾ, ਇਹ ਮੈਨੂੰ ਕੌਣ ਹੁੰਦਾ ਟੋਕਣ ਵਾਲਾ, ਮੈਂ ਇਲਾਕੇ ਦਾ ਚੌਧਰੀ ਹਾਂ ਤੇ ਗੁਰੂ ਜੀ ਸਾਡੇ ਨਗਰ ਵਿੱਚ ਆਏ ਹੋਏ ਨੇ, ਮੇਰੇ ਕੋਲ ਪਦਵੀ ਹੈ। ਭਾਈ ਮਲਾਗਰ ਸਿੰਘ ਦੇ ਅਕਲ ਵਾਲੇ ਬੋਲ ਜਿਹੜੇ ਉਹਨਾਂ ਨੇ ਅਕਲ ਦੇਣ ਵਾਸਤੇ ਕਹੇ, ਉਹ ਵੀ ਇਹਨੂੰ ਅੱਗ ਵਾਂਗੂ ਲੱਗੇ। ਤੇ ਜਿਵੇਂ ਜੰਗਲ ਨੂੰ ਅੱਗ ਲੱਗਦੀ ਹੈ ਨਾ, ਏਦਾਂ ਮਲਾਗਰ ਸਿੰਘ ਦੇ ਬਚਨ ਮਾਨੋ ਅੱਗ ਸੀ, ਔਰ ਇਹਦਾ ਹਿਰਦਾ ਜਿਹੜਾ ਸੀ ਮਨ, ਉਹ ਜੰਗਲ ਸੀ, ਉਹ ਜੰਗਲ ਨੂੰ ਮਾਨੋ ਜਿਵੇਂ ਸਾੜ ਕੇ ਸਵਾਹ ਕਰ ਦਿੱਤਾ ਹੋਵੇ।
ਕਿਦੋਂ ਜਵਲਤ ਮਨ ਦੀਪਕ ਨਿਆਈ। ਜਾਂ ਇਸ ਤਰ੍ਹਾਂ ਕਹਿ ਦਈਏ ਵੀ ਇਹਦਾ ਮਨ ਦੀਵੇ ਦੀ ਨਿਆਈ ਬਲਦਾ ਸੀ। ਸਿੰਘ ਬਾਕ ਬੋ ਬਾਯੂ 부ਝਾਈ। ਔਰ ਸਿੰਘ ਜੀ ਦੇ ਜਿਹੜੇ ਬਚਨ ਸਨ ਭਾਈ ਮਲਾਗਰ ਸਿੰਘ ਦੇ, ਉਹ ਤੇਜ ਹਵਾ ਵਾਂਗੂ ਚੱਲੇ ਤੇ ਇਹਦਾ ਦੀਵਾ ਬੁਝਾ ਦਿੱਤਾ ਹੋਵੇ। ਰਿਸ ਜੁਤ ਚਿਤ ਪਾ ਲਖ ਅਪਮਾਨਾ। ਇਹਨੇ ਵੇਖਿਆ ਮੇਰਾ ਅਪਮਾਨ ਕੀਤਾ, ਮੈਂ ਚੌਧਰੀ ਇਲਾਕੇ ਦਾ, ਇਹ ਪਤਾ ਨਹੀਂ ਕੌਣ ਗੁਰੂ ਕਾ ਨਿਕਾ ਜਿਹਾ ਸਿੱਖ ਸੇਵਾਦਾਰ, ਇਹਨੇ ਮੈਨੂੰ ਟੋਕਿਆ, ਮੇਰਾ ਅਪਮਾਨ ਕੀਤਾ, ਮੇਰਾ ਅਨਾਦਰ ਕੀਤਾ। ਬਸ ਨ ਬਸਾਏ ਨ ਸਕੇ ਬਖਾਨਾ। ਵਸ ਤਾਂ ਨਹੀਂ ਚੱਲਿਆ, ਪਤਾ ਲੱਗ ਗਈ ਸਤਿਗੁਰੂ ਜੀ ਦਾ ਦਰਬਾਰ ਸੀ। ਜੇ ਕਿਤੇ ਆਸੇ ਪਾਸੇ ਹੁੰਦਾ ਤੇ ਚੰਗੀ ਤਰ੍ਹਾਂ ਲੜਦਾ ਕਪੂਰਾ, ਪਰ ਵੇਖਿਆ ਵੀ ਨਾਲ ਹੀ ਕੁਝ ਦੂਰੀ ਤੇ ਸਾਹਮਣੇ ਸਤਿਗੁਰੂ ਜੀ ਵੇਖ ਰਹੇ ਸਨ, ਇਹਦਾ ਵਸ ਨਹੀਂ ਚੱਲਿਆ। ਭਾਈ ਮਲਾਗਰ ਸਿੰਘ ਨੂੰ ਅੱਗੋਂ ਕੁਝ ਕਹਿ ਨਹੀਂ ਸਕਿਆ। ਗੁਰ ਸਮੀਪ ਹੋਏ ਬੰਧਨ ਠਾਨੀ। ਤੇ ਬੜੇ ਗੁੱਸੇ ਦੇ ਨਾਲ ਹੀ ਨਾ ਉਹਦੇ ਵੱਲ ਜਿਵੇਂ ਅੱਖਾਂ ਜੀਆਂ ਕਰਕੇ ਟੇਡੀਆਂ ਜੀਆਂ, ਤੇ ਮਹਾਰਾਜ ਜੀ ਵੱਲ ਚਲਾ ਗਿਆ ਤੇ ਜਾ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਬੈਠ ਗਇਓ ਤਬ ਪਾ ਮਨ ਹਾਨੀ। ਤੇ ਮਨ ਇਹਦਾ ਜਿਵੇਂ ਟੁੱਟਿਆ ਜਿਹਾ ਬੁਝਿਆ ਜਿਹਾ ਹੁੰਦਾ ਨਾ, ਏਦਾਂ ਜਾ ਕੇ ਸਤਿਗੁਰੂ ਜੀ ਦੇ ਕੋਲ ਬਹਿ ਗਿਆ। ਇੱਕ ਪ੍ਰਿਅੰਕ ਪਰ ਸਤਿਗੁਰ ਥਿਰੇ। ਇੱਕ ਪਲੰਗੇ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ। ਦੁਤੀਏ ਪਰ ਪ੍ਰਭ ਆਯੁਧ ਧਰੇ। ਤੇ ਨਾਲ ਹੀ ਸਤਿਗੁਰਾਂ ਤੋਂ ਥੋੜਾ ਜਿਹਾ ਉੱਚਾ ਇੱਕ ਪਲੰਗਾ ਦੂਜਾ ਲੱਗਾ ਹੋਇਆ ਕਲਗੀਧਰ ਦੇ। ਉਸ ਪਲੰਗੇ ਤੇ ਸਤਿਗੁਰੂ ਜੀ ਨੇ ਆਪਣੇ ਸ਼ਸਤਰ ਟਿਕਾਏ ਹੋਏ। ਕਲਗੀਧਰ ਜੀ ਨੇ ਜਿਹੜੇ ਸਤਿਗੁਰਾਂ ਦੇ ਆਪਣੇ ਗਾਤਰੇ ਦੇ ਸ਼ਸਤਰ ਨੇ, ਉਹ ਸ਼ਸਤਰ ਮਹਾਰਾਜ ਜੀ ਨੇ ਦੂਜੇ ਪਲੰਗੇ ਤੇ ਰੱਖੇ ਹੋਏ ਨੇ ਬੜੇ ਸਤਿਕਾਰ ਨਾਲ। ਨਿਰਮਲ ਚੰਦਰ ਹਾਸ ਖਗ ਤਾਰਾ। ਬੜੀ ਨਿਰਮਲ ਧਾਰ ਵਾਲੀ ਸੋਹਣੀ ਤਲਵਾਰ ਮਹਾਰਾਜ ਜੀ ਦੀ ਗਾਤਰੇ ਦੀ, ਜਿਹਦੀ ਬੜੀ ਤਿੱਖੀ ਧਾਰ ਹੈ, ਉਹ ਸ਼੍ਰੀ ਸਾਹਿਬ ਮਹਾਰਾਜ ਜੀ ਦਾ ਸ਼ੋਭਨੀਕ ਹੋ ਰਿਹਾ ਦੂਜੇ ਪਲੰਗੇ ਤੇ। ਧਾਰਾ ਗੁਣ ਕੋ ਦੰਡ ਵੱਡ ਪਾਰਾ। ਔਰ ਨਾਲ ਮਹਾਰਾਜ ਜੀ ਦਾ ਬੜਾ ਮਜ਼ਬੂਤ ਧਨਖ, ਜਿਹੜਾ ਕਠੋਰ ਧਨਖ ਹੈ, 9 ਟੰਕਾ ਧਨਖ, ਉਹ ਧਨਖ ਵੀ ਉਸ ਤਲਵਾਰ ਦੇ ਨਾਲ ਪਿਆ ਹੋਇਆ ਹੈ। ਤਰਕਸ਼ ਭਰੇ ਖਰੇ ਕਰ ਤੀਰ। ਔਰ ਇੱਕ ਪੱਥਾ ਤੀਰਾਂ ਨਾਲ ਭਰਿਆ ਹੋਇਆ, ਉਹ ਵੀ ਵਿੱਚ ਖੜਾ ਕੀਤਾ ਹੋਇਆ ਹੈ। ਤੀਰ ਸੁਹਾਵਤ ਗੁਨੀ ਗਹੀਰ। ਉਸ ਪਲੰਗੇ ਤੇ ਮਹਾਰਾਜ ਜੀ ਦੇ ਸ਼ਸਤਰ ਪਏ ਨੇ, ਖਪਰੇ ਤੀਰ ਨੇ, ਤਲਵਾਰ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਨੁਖ ਹੈ। ਲਾਗੇ ਇੱਕ ਪਲੰਗੇ ਤੇ ਕਲਗੀਧਰ ਪਾਤਸ਼ਾਹ ਜੀ ਬੈਠੇ ਹਨ। ਏਕ ਚਮਰ ਸਤਿਗੁਰ ਸਿਰ ਫਿਰੇ। ਇੱਕ ਚਵਰ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਫਿਰ ਰਿਹਾ ਕਲਗੀਧਰ ਜੀ ਤੇ। ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲਾ ਰਿਹਾ ਹੈ। ਦੂਸਰ ਸ਼ਸਤਰਨ ਉਪਰ ਟੁਰੇ। ਦੂਜਾ ਚਵਰ ਸਾਹਿਬ ਲਾਗੇ ਇੱਕ ਚਵਰਦਾਰ ਖੜਾ, ਉਹ ਮਹਾਰਾਜ ਜੀ ਦੇ ਸ਼ਸਤਰਾਂ ਦੇ ਉੱਤੇ ਚਵਰ ਝੁਲਾ ਰਿਹਾ। ਇੱਕ ਸਤਿਗੁਰਾਂ ਦੇ ਸੀਸ ਤੇ ਝੁਲ ਰਿਹਾ, ਦੂਜਾ ਚਵਰ ਸਾਹਿਬ ਜਿਹੜਾ ਹੈ ਉਹ ਮਹਾਰਾਜ ਜੀ ਦੇ ਜਿਹੜੇ ਸ਼ਸਤਰ ਪਏ ਨੇ ਦੂਜੇ ਪਲੰਗੇ ਤੇ ਬੜੇ ਸਤਿਕਾਰ ਨਾਲ, ਕਿਉਂਕਿ ਮਹਾਰਾਜ ਜੀ ਨੇ ਸ਼ਸਤਰਾਂ ਨੂੰ ਆਪਣੇ ਪੀਰ ਕਿਹਾ ਹੈ। ਜਿਤੇ ਸ਼ਸਤਰ ਨਾਮ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇ। ਸ਼ਸਤਰਾਂ ਨੂੰ ਨਮਸਕਾਰ ਕੀਤੀ ਹੈ। ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰ ਦਰਬਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਮਹਾਰਾਜ ਜੀ ਨਮਸਕਾਰ ਕਰਦੇ ਹਨ ਸ਼ਸਤਰਾਂ ਨੂੰ। ਨਮੋ ਸ੍ਰੀ ਬੜੈਲੀ ਨਮਸਕਾਰ ਕਰਦੇ ਆ, ਸਰੋਈ ਨੂੰ ਨਮਸਕਾਰ ਕਰਦੇ ਆ। ਤੋ ਇਹਨਾਂ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ। ਏਦਾਂ ਸ਼ਸਤਰਾਂ ਦੀ ਬੜੀ ਮਹਾਰਾਜ ਜੀ ਨੇ ਮਹੱਤਤਾ ਦੱਸੀ ਆ ਸ਼ਸਤਰਨਾਮ ਮਾਲਾ ਬਾਣੀ ਵਿੱਚ ਕਲਗੀਧਰ ਸੁਆਮੀ ਜੀ ਨੇ। ਤੋ ਸ਼ਸਤਰਾਂ ਦਾ ਬੜਾ ਸਤਿਕਾਰ ਪਾਤਸ਼ਾਹ ਕਰਦੇ ਨੇ। ਪੰਥ ਵਿੱਚ ਅੱਜ ਵੀ ਸ਼ਸਤਰਾਂ ਦਾ ਅਦਬ ਹੈ। ਤਖਤ ਸਾਹਿਬਾਨਾਂ ਤੇ ਆਪ ਜੀ ਦਰਸ਼ਨ ਕਰੋ, ਜਿੱਥੇ ਸਤਿਗੁਰਾਂ ਦਾ ਪੀੜੇ ਤੇ ਪ੍ਰਕਾਸ਼ ਹੁੰਦਾ ਹੈ, ਨਾਲ ਸੋਹਣੇ ਥੜੇ ਦੇ ਉੱਤੇ ਸਤਿਗੁਰਾਂ ਦੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਹੈ। ਤੋ ਸ਼ਸਤਰਾਂ ਦੀ ਵੀ ਪੂਜਾ ਹੁੰਦੀ ਹੈ। ਮਹਾਰਾਜ ਕਲਗੀਧਰ ਜੀ ਦੇ ਸੀਸ ਤੇ ਚਵਰ ਝੁੱਲ ਰਿਹਾ ਹੈ, ਲਾਗੇ ਪਲੰਗੇ ਤੇ ਸ਼ਸਤਰ ਪਏ ਨੇ, ਉਹਨਾਂ ਸ਼ਸਤਰਾਂ ਤੇ ਵੀ ਇੱਕ ਚਵਰ ਬਰਦਾਰ ਚਵਰ ਝੁਲਾ ਰਿਹਾ ਹੈ। ਹੀਰ ਕਪੂਰਾ ਤਰਕਤ ਭਾਖੇ। ਕਪੂਰੇ ਨੇ ਉਹਦਾ ਮਨ ਤਾਂ ਪਿੱਛੇ ਹੀ ਸੜਿਆ ਬੁੱਝਿਆ ਆਇਆ ਸੀ, ਤੇ ਸਤਿਗੁਰੂ ਜੀ ਨੂੰ ਏਦਾਂ ਵੇਖ ਕੇ ਤੇ ਲਾਗੇ ਪਲੰਗੇ ਤੇ ਸ਼ਸਤਰਾਂ ਨੂੰ ਵੇਖ ਕੇ ਇਹਦਾ ਮਨ ਜਿਹੜਾ ਹੰਕਾਰ ਨਾਲ ਭਰਿਆ ਹੋਇਆ ਸੀ,
ਇਹ ਬੋਲਿਆ ਤਰਕ ਕਰਦਿਆਂ ਸਤਿਗੁਰੂ ਜੀ ਨੂੰ ਕਹਿਣ ਲੱਗਾ, ਭਲੇ ਬਨਾਏ ਸ਼ਸਤਰ ਏ ਰਾਖੇ। ਕਹਿਣ ਲੱਗਾ ਗੁਰੂ ਜੀ ਇਹ ਸ਼ਸਤਰ ਬੜੇ ਸਜਾ ਕੇ ਰੱਖੇ ਨੇ, ਇਹ ਸ਼ਸਤਰ ਇਹ ਤੁਸੀਂ ਬੜੇ ਏਦਾਂ ਸਜਾ ਕੇ ਰੱਖੇ ਨੇ, ਭਲੇ ਬਣਾ ਕੇ। ਰਾਵਰ ਸਿਰ ਪਰ ਚਾਮਰ ਫੇਰਤ। ਸਤਿਗੁਰੂ ਜੀ ਤੁਹਾਡੇ ਸੀਸ ਉੱਤੇ ਜਿਹੜਾ ਚਵਰ ਝੁੱਲ ਰਿਹਾ, ਚਵਰ ਬਰਦਾਰ ਤੁਹਾਡੇ ਸੀਸ ਤੇ ਚਵਰ ਝੁਲਾ ਰਿਹਾ ਹੈ, ਇਹ ਤੋ ਰੀਦ ਆਦ ਕੀ ਹੇਰਤ। ਇਹ ਤਾਂ ਚਲੋ ਮਰਿਆਦਾ ਹੈ ਗੁਰੂ ਘਰ ਦੀ। ਰਾਜਿਆਂ ਬਾਦਸ਼ਾਹਾਂ ਦੇ ਸਿਰਾਂ ਤੇ ਵੀ ਚਵਰ ਜਿਹੜੇ ਨੇ ਝੁੱਲਦੇ ਨੇ, ਗੁਰੂ ਘਰ ਦੇ ਵਿੱਚ ਵੀ ਇਹ ਮਰਿਆਦਾ ਤੁਹਾਡੇ ਤੋਂ ਵੱਡੇ ਸਤਿਗੁਰਾਂ ਦੇ ਸੀਸ ਤੇ ਵੀ ਏਦਾਂ ਹੀ ਚਵਰ ਝੁੱਲਦੇ ਸਨ। ਦੂਸਰ ਸ਼ਸਤਰਨ ਪਰ ਫੇਰਵਾਵੋ। ਪਰ ਮੈਂ ਬੜਾ ਹੈਰਾਨ ਹੋ ਰਿਹਾ ਵੀ ਦੂਜਾ ਚਵਰ ਤੁਹਾਡੇ ਨਾਲ ਪਲੰਗੇ ਤੇ ਜਿਹੜੇ ਸ਼ਸਤਰ ਪਏ ਨੇ ਤੁਸੀਂ ਉਹਨਾਂ ਤੇ ਵੀ ਫਰਵਾ ਰਹੇ ਹੋ। ਤੁਹਾਡੇ ਸੀਸ ਤੇ ਚਵਰ ਝੁੱਲ ਰਿਹਾ, ਪਰ ਲਾਗੇ ਜਿਹੜੇ ਸ਼ਸਤਰ ਪਏ ਨੇ ਉਹਨਾਂ ਤੇ ਵੀ ਤੁਸੀਂ ਚਵਰ ਝੁਲਾ ਰਹੇ ਹੋ। ਮੈਨੂੰ ਇਹਦੀ ਗੱਲ ਸਮਝ ਨਹੀਂ ਆਈ। ਇਹ ਤੋ ਰੀਤ ਨਹੀਂ ਬਿਦਤਾਵੋ। ਇਹ ਤਾਂ ਤੁਸੀਂ ਨਵੀਂ ਮਰਿਆਦਾ ਪ੍ਰਗਟ ਕਰ ਦਿੱਤੀ ਹੈ, ਇਹ ਤਾਂ ਨਵੀਂ ਰੀਤ ਚਲਾ ਦਿੱਤੀ ਹੈ। ਧੂਪ ਤੁਖਾਵਤ ਚੰਦਨ ਚਰਚਨ। ਧੂਪ ਤੁਖਾਣੀ ਚੰਦਨ ਦਾ ਚਰਚਣ ਕਰਨਾ। ਫੂਲਨ ਮਾਲ ਬਿਲਾਸੇ ਅਰਚਾ। ਤੇ ਫੁੱਲਾਂ ਦੀ ਮਾਲਾ ਭੇਟ ਕੀਤੀ ਹੋਈ ਆ, ਨਾਲ ਅਰਚਨਾ ਕੀਤੀ ਜਾ ਰਹੀ ਆ ਸ਼ਸਤਰਾਂ ਦੀ। ਸੁਨ ਸ਼੍ਰੀ ਮੁਖ ਤੇ ਕਹਿ ਸਮਝਾਇਓ। ਇਹਦੀ ਨਹੀਂ ਮੈਨੂੰ ਸਮਝ ਆਈ ਵੀ ਕਦੇ ਸ਼ਸਤਰਾਂ ਹਥਿਆਰਾਂ ਤੇ ਵੀ ਚਵਰ ਝੁੱਲਦਾ ਹੁੰਦਾ, ਕਦੇ ਸ਼ਸਤਰਾਂ ਨੂੰ ਵੀ ਫੁੱਲਾਂ ਦੀਆਂ ਮਾਲਾਵਾਂ ਭੇਟ ਹੁੰਦੀਆਂ ਨੇ, ਅਰਚਨਾ ਹੁੰਦੀ ਹੈ, ਚੰਦਨ ਦਾ ਚਰਚਣ ਹੁੰਦਾ। ਜਦੋਂ ਕਪੂਰੇ ਨੇ ਇਸ ਤਰ੍ਹਾਂ ਤਰਕ ਕੀਤਾ ਤੇ ਸੁਣ ਕੇ ਕਲਗੀਧਰ ਸੁਆਮੀ ਸੱਚੇ ਪਾਤਸ਼ਾਹ ਜੋ ਸਾਰੇ ਜਗਤ ਦੇ ਸਿਰਮੌਰ ਹਨ, ਬੋਲੇ ਸ਼ਸਤਰਨ ਅਦਬ ਚਹਿ ਰਖਵਾਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਪੂਰਾ ਜੀ ਇਹ ਸ਼ਸਤਰ ਹਨ, ਇਹਨਾਂ ਸ਼ਸਤਰਾਂ ਦਾ ਅਦਬ ਰੱਖਣਾ ਤੇ ਰਖਾਉਣਾ ਸਿਖਾ ਰਹੇ ਹਾਂ। ਆਖੀ ਆਏ ਅਪਾਵਨ ਤੇਰੇ। ਇਹ ਸ਼ਸਤਰਾਂ ਦੇ ਅਦਬ ਵਜੋਂ ਚਵਰ ਝੁੱਲ ਰਿਹਾ ਹੈ। ਮੱਖੀਆਂ ਫਿਰਦੀਆਂ ਨੇ ਇੱਥੇ, ਉਹ ਮੱਖੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਗੰਦ ਤੋਂ ਬਹਿ ਕੇ ਆਉਂਦੀਆਂ ਨੇ। ਜਦੋਂ ਆ ਕੇ ਨਾ ਸ਼ਸਤਰਾਂ ਤੇ ਬਹਿਣਗੀਆਂ ਤੇ ਸ਼ਸਤਰ ਅਪਾਵਨ ਹੋਣਗੇ। ਉਹਨਾਂ ਮੱਖੀਆਂ ਤੋਂ ਵੀ ਉਹ ਮੱਖੀਆਂ ਆ ਕੇ ਸ਼ਸਤਰਾਂ ਤੇ ਨਾ ਬੈਠਣ, ਮੱਛਰ ਵਗੈਰਾ ਜਾਂ ਹੋਰ ਗੰਦਗੀ ਜਿਹੜੀ ਆ ਉਹ ਇਹਨਾਂ ਸ਼ਸਤਰਾਂ ਤੇ ਨਾ ਪਵੇ। ਇਹਨਾਂ ਸ਼ਸਤਰਾਂ ਦੇ ਅਦਬ ਵਾਸਤੇ ਅਸੀਂ ਇਹ ਚਵਰ ਸਾਹਿਬ ਇਹਨਾਂ ਤੇ ਚਲਵਾਣਾ ਕਰ ਰਹੇ ਹਾਂ। ਚਮਰ ਟੁਰਤ ਸੋ ਬਰਜਨ ਕਰੇ। ਜਦੋਂ ਚਵਰ ਸਾਹਿਬ ਝੁੱਲਦਾ ਉਹ ਮੱਖੀ ਮੱਛਰ ਜਿਹੜਾ ਉਹ ਪਾਸੇ ਹਟਦਾ, ਇਸ ਕਰਕੇ ਅਸੀਂ ਇਹਨਾਂ ਤੇ ਚਵਰ ਝੁਲਾ ਰਹੇ ਹਾਂ। ਇਹ ਸਭ ਕੇ ਸਿਰ ਮੋਰ ਸੁਰਨ ਮੈਂ। ਇਹ ਸ਼ਸਤਰ ਕਪੂਰਾ ਜੀ ਸਭ ਤੋਂ ਸਿਰਮੌਰ ਨੇ। ਇਹ ਦੁਨੀਆ ਦੇ ਜਿੰਨੇ ਦੇਵਤੇ ਨੇ, ਜਿੰਨੀਆਂ ਦੇਵੀਆਂ ਨੇ, ਉਹਨਾਂ ਸਾਰਿਆਂ ਤੋਂ ਸਿਰਮੌਰ ਨੇ ਸ਼ਸਤਰ। ਦੇਵੀਆਂ ਤੋਂ ਵੀ ਤੇ ਦੇਵਤਿਆਂ ਤੋਂ ਵੀ ਇਹ ਸਿਰਮੌਰ ਹਨ। ਦੇ ਰਿਪ ਗਨ ਤੇ ਫਤਿਹ ਸੁਰਨ ਮੈਂ। ਸੁਣੋ ਕਿਉਂ ਨੇ ਸਿਰਮੌਰ? ਇਹ ਉਹੀ ਸ਼ਸਤਰ ਨੇ ਜਿੱਥੇ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਤੋਂ ਇਹਨਾਂ ਸ਼ਸਤਰਾਂ ਕਰਕੇ ਜਿੱਤ ਪ੍ਰਾਪਤ ਹੁੰਦੀ ਹੈ, ਇਹਨਾਂ ਸ਼ਸਤਰਾਂ ਨਾਲ ਫਤਿਹ ਪ੍ਰਾਪਤ ਹੁੰਦੀ ਹੈ। ਪ੍ਰਿਥੀ ਸੁਰਗ ਕੋ ਰਾਜ ਕਨੇਰਾ। ਇਹਨਾਂ ਸ਼ਸਤਰਾਂ ਦੇ ਅਧੀਨ ਇਸ ਲੋਕ ਦਾ ਵੀ ਰਾਜ ਹੈ ਤੇ ਸਵਰਗ ਦਾ ਵੀ ਰਾਜ ਹੈ। ਜਿਹੜਾ ਸ਼ਸਤਰਧਾਰੀ ਸੂਰਮਾ ਹੈ ਉਹ ਧਰਤੀ ਵੀ ਜਿੱਤ ਲੈਂਦਾ ਤੇ ਸਵਰਗ ਵੀ ਜਿੱਤ ਲੈਂਦਾ ਹੈ। ਹਾਂਜੀ, ਓਜ ਸੁਰ ਅਸੁਰ ਕਰ ਵਡੇਰਾ। ਸੁਰਾਂ ਤੇ ਅਸੁਰਾਂ ਦਾਨਵਾਂ ਦਾ ਵੱਡਾ ਜਿਹੜਾ ਬਲ ਹੈ ਉਹ ਇਹਨਾਂ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ। ਸਭ ਸ਼ਸਤਰਨ ਕੇ ਹੈ ਅਨੁਸਾਰੇ। ਇਹ ਵੱਡੇ ਵੱਡੇ ਦੇਵਤੇ ਦਾਨਵ ਸਾਰੇ ਸ਼ਸਤਰਾਂ ਦੇ ਅਨੁਸਾਰ ਹਨ। ਇਹਨਾਂ ਸ਼ਸਤਰਾਂ ਦੇ ਅਧੀਨ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਇਹਨਾਂ ਸ਼ਸਤਰਾਂ ਦੇ ਅਧੀਨ ਹੈ ਸਭ ਕੁਝ। ਜੋ ਇਨ ਤਰੇ ਸੋ ਹੋਏ ਬਲ ਪਾਰੇ। ਜਿਹੜਾ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਦਾ ਉਹ ਬਲੀ ਹੋ ਜਾਂਦਾ ਹੈ, ਉਹ ਬਲਵਾਨ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਬਿਨਾ ਸ਼ਸਤਰ ਬਾਂਧੇ ਨਰੰਗ ਭੇੜ ਜਾਨੋ, ਗਹੇ ਕਾਨ ਕੇ ਕਿਤੈ ਲੋ ਸਿਧਾਨੋ। ਜਿਹੜਾ ਭਾਈ ਸ਼ਸਤਰ ਵਿਹੂਣਾ, ਸ਼ਸਤਰ ਵਿਹੂਣੀ ਜੋ ਨਰ ਹੋਈ, ਜਿਹੜਾ ਸ਼ਸਤਰਾਂ ਤੋਂ ਵਿਹੂਣਾ ਮਨੁੱਖ ਹੈ ਉਹਦੇ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਕੋਈ ਲੈ ਜਾਵੇ, ਉਹਨੂੰ ਜਿਵੇਂ ਭੇਡ ਨੂੰ ਫੜ ਕੇ ਲੈ ਜਾਈਦਾ ਹੈ। ਪਾਤਸ਼ਾਹ ਕਹਿੰਦੇ ਸ਼ਸਤਰਾਂ ਦੇ ਅਧੀਨ ਬਲ ਹੈ
ਸ਼ਸਤਰਾਂ ਦੇ ਅਧੀਨ ਪ੍ਰਿਥਵੀ ਦਾ ਰਾਜ ਹੈ, ਸ਼ਸਤਰਾਂ ਦੇ ਅਧੀਨ ਸਵਰਗ ਦਾ ਰਾਜ ਹੈ। ਦੇਵਤੇ ਦਾਨਵ ਉਹ ਵੀ ਇਹਨਾਂ ਸ਼ਸਤਰਾਂ ਤੋਂ ਭੈ ਭੀਤ ਹੁੰਦੇ ਹਨ। ਇਹ ਇਨ ਸਮ ਸ਼ਕਤਵੰਤ ਨੇ ਕੋ, ਇਹਨਾਂ ਸ਼ਸਤਰਾਂ ਦੇ ਸਮਾਨ ਸ਼ਕਤਵੰਤ ਕੋਈ ਨਹੀਂ। ਜੋ ਕਰ ਧਰੇ ਬਲੀ ਹੋਏ ਸੋ। ਦੇਖੋ ਕਿੰਨੇ ਸ਼ਕਤੀ ਵਾਲੇ ਸ਼ਸਤਰ ਨੇ। ਕਿਸੇ ਕਮਜ਼ੋਰ ਜੇ ਬੰਦੇ ਦੇ ਹੱਥ 'ਚ ਵੀ ਤਲਵਾਰ ਹੋਵੇ ਤੇ ਉਹਨੂੰ ਵੀ ਬਲੀ ਬਣਾ ਦਿੰਦੀ ਆ, ਤੇ ਹਜ਼ਾਰਾਂ ਬੰਦਿਆਂ ਨੂੰ ਅੱਗੇ ਲਾ ਲੈਂਦਾ ਉਹ ਕੱਲੀ ਤਲਵਾਰ ਨਾਲ ਹੀ, ਸ਼ਸਤਰਧਾਰੀ ਹੋ ਜਾਏ। ਕਹਿੰਦੇ ਤਾਂ ਜੇ ਕੋਈ ਕਮਜ਼ੋਰ ਵਿਅਕਤੀ ਵੀ ਇਸ ਸ਼ਸਤਰ ਨੂੰ ਧਾਰਨ ਕਰ ਲਵੇ ਤਾਂ ਉਹਨੂੰ ਵੀ ਬਲ ਵਾਲਾ ਬਣਾ ਦਿੰਦੇ ਨੇ, ਐਸੇ ਬਲੀ ਹਨ। ਆਦ ਅਕਾਲ ਪੁਰਖ ਕਰਤਾਰਾ, ਆਦ ਜੋ ਸਾਰੇ ਜਗਤ ਦਾ ਮੁੱਢ ਹੈ, ਅਕਾਲ ਪੁਰਖ ਵਾਹਿਗੁਰੂ ਜਗਤ ਦਾ ਕਰਤਾਰ ਹੈ। ਪ੍ਰਥਮ ਖੜਗ ਤਿਨ ਰਚਿਓ ਉਦਾਰਾ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਖੜਗ ਪੈਦਾ ਕੀਤੀ ਸੀ। ਤਦੇ ਗੁਰਦੇਵ ਨੇ ਚੰਡੀ ਦੀ ਵਾਰ ਵਿੱਚ ਬਚਨ ਕਹੇ ਨੇ, ਖੰਡਾ ਪ੍ਰਿਥਮੈ ਸਾਜ ਗੈ ਜਿਨ ਸਭ ਸਹਿ ਸਾਰੇ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਘਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਇਹ ਸ਼ਸਤਰਾਂ ਦੀ ਮਹਿਮਾ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਨੇ ਕਲਗੀਧਰ ਜੀ ਕਹਿੰਦੇ ਖੰਡਾ ਪੈਦਾ ਕੀਤਾ, ਸ਼ਸਤਰ। ਇਸੇ ਤੋਂ ਜਗਤ ਦੀ ਉਤਪਤੀ ਹੋਈ ਹੈ, ਸ਼ਕਤੀ ਹੈ, ਆਦ ਸ਼ਕਤੀ ਹੈ। ਮਾਨਨੀਏ ਸੁਰ ਅਸੁਰਨ ਕੇਰੇ, ਇਹ ਸ਼ਸਤਰ ਦੇਵਤਿਆਂ ਦੇ ਵੀ ਪੂਜਨੀਕ ਨੇ ਤੇ ਦਾਨਵਾਂ ਦੇ ਵੀ ਪੂਜਨੀਕ ਨੇ। ਹਾਂਜੀ, ਤਰੇ ਸੋ ਪੂਜੇ ਹੋਏ ਸੋ ਬਡੇਰੇ। ਜਿਹੜਾ ਇਹਨਾਂ ਨੂੰ ਧਾਰਨ ਕਰਦਾ ਹੈ ਉਹ ਪੂਜਿਆ ਜਾਂਦਾ ਹੈ, ਉਹਦਾ ਸਤਕਾਰ ਹੁੰਦਾ ਹੈ। ਨਰ ਬਪਰੇ ਕੀ ਗਿਣਤੀ ਕਹਾਂ, ਕਹਿੰਦੇ ਵਿਚਾਰੇ ਨਰ ਦੀ ਕੀ ਗਿਣਤੀ ਹੈ। ਅਸ ਤੁਝ ਸ੍ਰੀ ਅਕਾਲ ਹੈ ਮਹਾ। ਇਹ ਕਹਿ ਦਈਏ ਕਿ ਇਹ ਸ਼੍ਰੀ ਅਸਤੁਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵੀ ਨਿਸ਼ਾਨ ਹੈ। ਇਹ ਅਸਤੁਜ, ਅਸਤੁਜ ਦਾ ਅਸ ਨਾਮ ਹੁੰਦਾ ਤਲਵਾਰ ਦਾ, ਭਗਉਤੀ ਦਾ। ਤੁਜ ਨਾਮ ਹੁੰਦਾ ਧਵਜਾ ਦਾ। ਪਰਮੇਸ਼ਰ ਦੀ ਜਿਹੜੀ ਧਵਜਾ ਹੈ ਨਾ, ਉਹ ਇਸ ਤਲਵਾਰ ਕਰਕੇ ਹੈ, ਭਗਉਤੀ ਕਰਕੇ। ਉਹਦਾ ਨਿਸ਼ਾਨ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਝੂਲਦਾ, ਉਹਦੇ ਤੇ ਤਲਵਾਰ ਸੋਭਦੀ ਹੈ। ਅਸਤੁਜ ਤਦੇ ਹੀ ਕਿਹਾ, ਜੇ ਅਸਤੁਜ ਤਬ ਸਰਨੀ ਪਰੇ। ਪਰਮੇਸ਼ਰ ਨੂੰ ਅਸਤੁਜ ਰੂਪ ਕਿਹਾ, ਵਰਣਨ ਕੀਤਾ ਹੈ। ਹਾਂਜੀ, ਸੁਨ ਕਰ ਤੂਸ਼ਨ ਹੋਏ ਕਪੂਰੇ। ਖੰਡ ਬਿਹੰਡੰ ਖਲਦਲ ਖੰਡੰ ਗਤਰਣ ਮੰਡੰ ਬਰਬੰਡੰ ਭੁਗਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਵਕ ਹਰਣੰ ਆਸ ਸਰਣੰ ਜੈ ਜੈ ਜਗ ਕਾਰਨ ਸਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰ। ਤੇਗ ਰੂਪ ਅਕਾਲ ਪੁਰਖ ਦਾ ਹੀ ਰੂਪ ਜਾਣ ਕੇ ਮਹਾਰਾਜ ਜੀ ਨੇ ਆਰਾਧਨਾ ਕੀਤੀ ਹੈ। ਜਦੋਂ ਪਰਮੇਸ਼ਰ ਨੂੰ ਆਰਾਧਦੇ ਹਨ ਤਾਂ ਉਹਨੂੰ ਭਗਉਤੀ ਰੂਪ ਵਿੱਚ ਆਰਾਧ ਕੇ ਕਹਿੰਦੇ ਨੇ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਸ ਵਾਹਿਗੁਰੂ ਪਰਮੇਸ਼ਰ ਨੂੰ ਇਹ ਸ਼ਸਤਰਾਂ ਦਾ ਰੂਪ ਅਕਾਲ ਪੁਰਖ ਦੇ ਵਿੱਚ ਹੀ ਹੈ, ਉਹਦੇ ਤੋਂ ਵੱਖਰੀ ਨਹੀਂ ਹੈ ਇਹ ਸ਼ਕਤੀ। ਮਹਾਰਾਜ ਜੀ ਕਹਿੰਦੇ ਪ੍ਰਚੰਡ ਸ਼ਕਤੀ ਹੈ। ਇਹ ਦੋ ਹੀ ਸ਼ਕਤੀਆਂ ਨੇ ਸੰਸਾਰ ਵਿੱਚ ਚਲਦੀਆਂ, ਦੇਗ ਤੇਗ ਜਗ ਮੈਂ ਦੋ ਚਲੈ, ਰਾਖ ਆਪ ਮੋਹੇ ਔਰ ਨਾ ਧਲੈ। ਇਹ ਦੋਵੇਂ ਸ਼ਕਤੀਆਂ ਨੇ, ਦੇਗ ਦੀ ਵੀ ਔਰ ਤੇਗ ਦੀ ਵੀ। ਤੇ ਜਿਨ੍ਹਾਂ ਦੇ ਪਾਵਨ ਦਰਬਾਰ ਵਿੱਚ ਬੈਠੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੇਗ ਬਹਾਦਰ ਵੀ ਕਿਹਾ ਜਾਂਦਾ, ਤੇਗ ਦੇ ਬਹਾਦਰ ਵੀ ਨੇ। ਇੱਕ ਵਿਦਵਾਨ ਕਹਿੰਦਾ, ਜਦੋਂ ਮੈਂ ਸਤਿਗੁਰਾਂ ਦੇ ਲੰਗਰਾਂ ਵਿੱਚ ਲੰਗਰ ਵਰਤਦਾ ਵੇਖਦਾ, ਹਜ਼ਾਰਾਂ ਲੋਕ ਗੁਰਦੇਵ ਦੇ ਲੰਗਰਾਂ ਵਿੱਚੋਂ ਭੋਜਨ ਛਕ ਕੇ ਤ੍ਰਿਪਤ ਹੋ ਕੇ ਖੇੜੇ ਨਾਲ ਜਾਂਦੇ ਵੇਖਦਾ ਹਾਂ, ਤਾਂ ਕਹਿੰਦਾ ਮੈਂ ਸੋਚਦਾ ਕਿ ਕੱਲੇ ਤੇਗ ਬਹਾਦਰ ਨਹੀਂ, ਸਤਿਗੁਰੂ ਜੀ ਦੇਗ ਦੇ ਵੀ ਬਹਾਦਰ ਹਨ। ਤੋ ਇਹ ਦੋ ਹੀ ਨੇ ਸ਼ਕਤੀਆਂ ਸੰਸਾਰ ਵਿੱਚ। ਹਾਂਜੀ,
ਸੁਨ ਕਰ ਤੂਸ਼ਨ ਹੋਏ ਕਪੂਰੇ। ਕਪੂਰੇ ਨੇ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਸੁਣ ਕੇ ਚੁੱਪ ਕਰ ਗਿਆ। ਗੁਰ ਬਚ ਨਿਸ਼ਚਾ ਕੀਓ ਨਾ ਕੂਰੇ। ਝੂਠੇ ਨੇ ਸਤਿਗੁਰਾਂ ਦੇ ਬਚਨਾਂ ਤੇ ਨਿਸ਼ਚਾ ਨਹੀਂ ਕੀਤਾ। ਉਹਦੇ ਮਨ 'ਚ ਨਾ ਤਸੱਲੀ ਜੀ ਨਹੀਂ ਆਈ ਵੀ ਇਹ ਤਲਵਾਰ ਭਲਾ ਪ੍ਰਮਾਤਮਾ ਦੀ ਸ਼ਕਤੀ, ਇਹ ਕੋਈ ਪਰਮੇਸ਼ਰ ਦਾ ਰੂਪ ਨੇ ਸ਼ਸਤਰ ਭਲਾ। ਏਦਾਂ ਇਹਦੇ ਮਨ ਦੇ ਵਿੱਚ ਨਾ ਸ਼ੰਕਾ ਜਿਹਾ ਰਿਹਾ, ਇਹਦੇ ਮਨ 'ਚੋਂ ਸ਼ੰਕਾ ਨਹੀਂ ਗਿਆ। ਅੰਤਰ ਜਾਮੀ ਜਾਨ ਬਖਾਨਾ। ਹੁਣ ਸਤਿਗੁਰਾਂ ਨੂੰ ਕਿਹੜਾ ਕੁਝ ਲੁਕਿਆ ਹੋਇਆ ਸੀ, ਅੰਤਰਜਾਮੀ ਜਾਣ ਗਏ ਤੇ ਇਹਦੇ ਮਨ ਦੀ ਜਾਣ ਕੇ ਸਤਿਗੁਰੂ ਜੀ ਬੋਲੇ, ਸੁਨੋ ਕਪੂਰ ਸਿੰਘ ਧਰ ਕਾਨਾ। ਮਹਾਰਾਜ ਜੀ ਕਹਿੰਦੇ, ਹਾਂ ਕਪੂਰਾ ਜੀ ਸੁਣੋ, ਸੁਣ ਕੇ ਸਾਡਾ ਬਚਨ ਧਿਆਨ ਨਾਲ ਸੁਣੋ। ਨੇ ਲਗ ਕਰ ਹੈ ਰਾਜ ਤੁਹਾਰਾ। ਅਸੀਂ ਚਾਹੁੰਦੇ ਆ ਵੀ ਤੇਰਾ ਉਹ ਸਤਲੁਜ ਦਰਿਆ ਤੱਕ ਰਾਜ ਕਰ ਦਈਏ। ਪਾਤਸ਼ਾਹ ਕਹਿੰਦੇ, ਨੈ ਦਾ ਮਤਲਬ ਉਹ ਫਿਰੋਜ਼ਪੁਰ ਦੀ ਜਿੱਥੇ ਹੱਦ ਲੱਗਦੀ ਹੈ ਜਾ ਕੇ। ਮਹਾਰਾਜ ਜੀ ਕਹਿੰਦੇ ਉੱਥੇ ਤੱਕ ਤੇਰਾ ਰਾਜ ਕਰ ਦਈਏ। ਗਜ ਬਾਜੀ ਦਲ ਵਧੇ ਉਦਾਰਾ। ਤੁਹਾਨੂੰ ਘੋੜੇ ਦੇ ਦੇਾਂਗੇ, ਬੇਅੰਤ ਘੋੜੇ ਹੋਣਗੇ, ਹਾਥੀਆਂ ਦੇ ਦਲ ਤੁਹਾਡੇ ਕੋਲ ਹੋਣਗੇ। ਤੁਰਕਨ ਸੰਗ ਜੰਗ ਕੇ ਕਾਰਨ। ਤੁਰਕਾਂ ਦੇ ਨਾਲ ਜੰਗ ਲੜਨ ਵਾਸਤੇ। ਦੇਹੋ ਦੁਰਗ ਦੇਖੋ ਦਲ ਦਾਰੁਨ। ਸਾਨੂੰ ਆਪਣਾ ਕਿਲਾ ਦੇ ਦੇ, ਬਸ ਤੇਰਾ ਰਾਜ ਕਰ ਦਿਆਂਗੇ। ਸਤਲੁਜ ਦਰਿਆ ਤਾਈਂ ਬੇਅੰਤ ਘੋੜੇ ਹਾਥੀ ਤੇਰੇ ਕੋਲ ਹੋਣਗੇ। ਸਾਨੂੰ ਇਹ ਤੇਰਾ ਕਿਲਾ ਦੇ ਦੇ ਲੜਨ ਵਾਸਤੇ ਮਲੇਛਾਂ ਨਾਲ, ਤੇ ਤੂੰ ਵੇਖ ਕਿਵੇਂ ਭਿਆਨਕ ਜੰਗ ਹੁੰਦਾ ਹੈ। ਲਸ਼ਕਰ ਨੌ ਰੰਗ ਕੋ ਲੜ ਮਾਰੇ। ਨਰੰਗੇ ਦਾ ਜਿਹੜਾ ਲਸ਼ਕਰ ਹੈ ਉਹਦੇ ਨਾਲ ਲੜ ਕੇ ਉਹਨੂੰ ਮਾਰਾਂਗੇ। ਕਾਤੁਰ ਤੁਰਕ ਪਲਾਵਤ ਹਾਰੇ। ਔਰ ਜਿਹੜੇ ਕਾਇਰ ਤੁਰਕ ਨੇ ਉਹ ਸਾਰੇ ਡਰ ਕੇ ਭੱਜ ਜਾਣਗੇ। ਸੁਨ ਕਰ ਦੀਨ ਹੋਏ ਕਰ ਕਹੈ। ਸੁਣ ਕੇ ਅੱਗੋਂ ਕਪੂਰਾ ਬੋਲਿਆ, ਕਹਿਣ ਲੱਗਾ, ਹਮ ਮੈਂ ਕਹਾਂ ਸ਼ਕਤ ਇਮ ਆਹੇ। ਕਹਿਣ ਲੱਗਾ, ਜੀ ਸਾਡੇ 'ਚ ਇੰਨੀ ਸ਼ਕਤੀ ਕਿੱਥੇ। ਰਿਪ ਸਮ ਜਾਨ ਤੁਰਕ ਗਏ ਮੋਏ। ਕਿ ਅਸੀਂ ਤੁਰਕਾਂ ਨਾਲ ਲੜੀਏ, ਤੁਰਕ ਮੈਨੂੰ ਆਪਣਾ ਦੁਸ਼ਮਣ ਜਾਣ ਕੇ ਫੜ ਲੈਣਗੇ। ਮਾਰੇ ਫਾਂਸੀ ਦੇ ਕਰ ਕਰੋ। ਗੁੱਸੇ ਵਿੱਚ ਆ ਕੇ ਮੈਨੂੰ ਫਾਹੇ ਚਾੜ ਕੇ ਮਾਰ ਦੇਣਗੇ ਜੇ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਤੁਹਾਡੀ ਮਦਦ ਕੀਤੀ ਹੈ। ਸ਼੍ਰੀ ਗੁਰ ਤੁਮ ਤੋ ਬੇਪਰਵਾਹ। ਸਤਿਗੁਰੂ ਜੀ ਤੁਸੀਂ ਤਾਂ ਬੇਪਰਵਾਹ ਹੋ। ਬਿਗੜ ਲਰੇ ਤੁਰਕੇਸ਼ਵਰ ਸ਼ਾਹ। ਤੁਸੀਂ ਵਿਗਾੜ ਕਰਕੇ ਔਰੰਗਜ਼ੇਬ ਬਾਦਸ਼ਾਹ ਨਾਲ ਲੜ ਪਏ, ਤੁਸੀਂ ਤਾਂ ਬੇਪਰਵਾਹ ਹੋ। ਲੱਖੋਂ ਨਰ ਮਾਰੇ ਮਰਵਾਏ। ਲੱਖਾਂ ਲੋਕ ਤੁਸੀਂ ਤੁਰਕਾਂ ਦੇ ਮਾਰੇ ਨੇ ਤੇ ਆਪਣੇ ਮਰਵਾਏ ਹਨ। ਆਨੰਦਪੁਰ ਉਜਾੜ ਕਰ ਆਏ। ਤੇ ਸ਼੍ਰੀ ਆਨੰਦਪੁਰ ਸਾਹਿਬ ਉਜਾੜ ਕੇ ਆ ਗਏ ਹੋਏ ਸਾਡੇ ਇਸ ਇਲਾਕੇ ਵਿੱਚ। ਭਲੀ ਸੀਖ ਅਬ ਦੇਵਨ ਲਾਗੇ। ਮਹਾਰਾਜ ਆ ਕੇ ਮੈਨੂੰ ਵੀ ਤੁਸੀਂ ਇਹ ਚੰਗੀ ਸਿੱਖਿਆ ਦੇਣ ਲੱਗੇ ਹੋ ਉਜੜਨ ਵਾਲੀ। ਆਪ ਤੁਸੀਂ ਆਨੰਦਪੁਰ ਸਾਹਿਬ ਉਜਾੜ ਕੇ ਲੱਖਾਂ ਤੁਰਕ ਮਾਰ ਕੇ ਆਪਣੇ ਬੰਦੇ ਮਰਵਾ ਕੇ ਆ ਗਏ ਹੋ। ਜਿਸ ਤੇ ਬਚੇ ਨਾ ਕਿਤ ਕੋ ਭਾਗੇ। ਆ ਕੇ ਮੈਨੂੰ ਵੀ ਇਹੀ ਅਕਲ ਸਾਨੂੰ ਵੀ ਸਿਖਾਉਣ ਲੱਗੇ ਹੋ ਵੀ ਸਾਡੇ ਚੋਂ ਵੀ ਕੋਈ ਨਾ ਬਚੇ ਤੇ ਭੱਜ ਕੇ ਵੀ ਨਾ ਕੋਈ ਬਚ ਸਕੇ। ਤਿੰਨ ਤੁਰਕਨ ਤੇ ਮੋਏ ਬਿਗਾਰੋ। ਇਹਨਾਂ ਤੁਰਕਾਂ ਤੋਂ ਕੋਈ ਭੱਜ ਕੇ ਬਚ ਹੀ ਨਹੀਂ ਸਕਦਾ। ਉਹਨਾਂ ਤੋਂ ਤੁਸੀਂ ਉਹਨਾਂ ਨਾਲ ਮੇਰੀ ਲੜਾਈ ਕਰਾਉਣਾ ਚਾਹੁੰਦੇ ਹੋ, ਉਹਨਾਂ ਨਾਲ ਮੈਨੂੰ ਲੜਾਉਣਾ ਚਾਹੁੰਦੇ ਹੋ। ਜਿਮ ਉਜਰੇ ਤਿਮ ਮੋਏ ਉਜਾਰੋ। ਮਹਾਰਾਜ ਤੁਹਾਡਾ ਕੋਈ ਘਰ ਘਾਟ ਨਹੀਂ ਰਿਹਾ, ਉਜੜ ਗਏ ਹੋ ਤੁਸੀਂ, ਤੇ ਜਿਵੇਂ ਆਪ ਉਜੜੇ ਹੋ ਓਦਾਂ ਮੈਨੂੰ ਉਜਾੜਨਾ ਚਾਹੁੰਦੇ ਹੋ। ਕਪੂਰਾ ਏਦਾਂ ਬੋਲਦਾ। ਹਾਂਜੀ, ਹਮ ਤੋ ਬੰਦੇ ਨਿਤ ਪਾਤਸ਼ਾਹੀ। ਮਹਾਰਾਜ ਅਸੀਂ ਬਾਦਸ਼ਾਹ ਦੇ ਬੰਦੇ ਹੁੰਨੇ ਹਾਂ, ਅਸੀਂ ਸਰਕਾਰ ਦੇ ਬੰਦੇ ਹਾਂ, ਸਰਕਾਰੀ ਬੰਦੇ ਹਾਂ। ਬਿਗਰੇ ਮਾਰੇ ਮੁਝ ਦੇ ਫਾਈ। ਜੇ ਮੈਂ ਵਿਗੜ ਗਿਆ ਉਹ ਮੈਨੂੰ ਮਾਰ ਦੇਣਗੇ ਫਾਹੇ ਚਾੜ ਕੇ। ਸੁਨ ਸਤਗੁਰ ਰਿਸ ਉਰ ਧਰ ਪਾਖਾ। ਜਦੋਂ ਕਪੂਰੇ ਨੇ ਇਦਾਂ ਦੇ ਬੱਕੜਵਾਦ ਬੋਲੇ ਨਾ ਮਹਾਰਾਜ ਜੀ ਨੂੰ, ਅੱਗੋਂ ਸੁਣ ਕੇ ਕਲਗੀਧਰ ਪਾਤਸ਼ਾਹ ਵੀ ਰਸ ਵਿੱਚ ਆਏ ਤੇ ਬੋਲੇ, ਜੇਕਰ ਇਮ ਤੇਰੀ ਅਬਿਲਾਖਾ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਦਾ ਘਰ ਹੈ ਕਪੂਰਿਆ, ਜੇ ਤੂੰ ਇਹ ਅਬਲਾਖਾ ਰੱਖਦਾ ਆਪਣੇ ਮਨ ਵਿੱਚ ਵੀ ਤੁਰਕ ਤੈਨੂੰ ਫਾਹੇ ਚਾੜ ਕੇ ਮਾਰਨ, ਤੋ ਦੇ ਫਾਸ ਤੁਰਕ ਹੀ ਮਾਰੇ। ਜਾਂ ਤੇਰੀ ਇੱਛਾ ਪੂਰੀ ਹੋਵੇ ਤੈਨੂੰ ਤੁਰਕ ਹੀ ਫਾਹੇ ਚਾੜ ਕੇ ਮਾਰਨਗੇ।
ਤੂੰ ਭਲਾਖਾ ਹੀ ਇਹ ਕੀਤੀ ਆ ਨਾ ਸਾਡੇ ਕੋਲ ਆ ਕੇ, ਤੇ ਇੱਥੇ ਜਿਹੋ ਜਿਹੀ ਭਲਾਖਾ ਕਰਕੇ ਆਇਆ ਤੇਰੀ ਪੂਰੀ ਹੋਵੇਗੀ। ਤੈਨੂੰ ਹੁਣੇ ਤੁਰ ਕੇ ਫਾਹੇ ਚਾੜ ਕੇ ਮਾਰਨਗੇ। ਗੁਣ ਅਵਗੁਣ ਤੋਂ ਕੁਛ ਨਾ ਵਿਚਾਰੇ, ਨਾ ਉਹਨਾਂ ਤੇਰਾ ਕੋਈ ਗੁਣ ਵੇਖਣਾ, ਨਾ ਤੇਰਾ ਕੋਈ ਔਗੁਣ ਵਿਚਾਰਨਾ। ਜਿਨ ਸ਼ਸਤਰਨ ਪਰ ਤਰਕ ਕਰੰਤਾ, ਆ ਤੂੰ ਜਿਨ੍ਹਾਂ ਸ਼ਸਤਰਾਂ ਤੇ ਤਰਕ ਕਰਦਾ ਨਾ ਪਿਆ ਹੋਇਆਂ ਤੇ, ਇਹਨਾਂ ਸ਼ਸਤਰਾਂ ਦੇ ਉੱਤੇ ਤੂੰ ਕਿੰਤੂ ਕਰਦਾ। ਪਿਖ ਪ੍ਰਤਾਪ ਤਿਨ ਤੇ ਡਰ ਪੰਤਾ, ਔਰ ਕਹਿੰਦੇ ਇਹਨਾਂ ਦਾ ਪ੍ਰਤਾਪ ਵੇਖ ਕੇ ਉਹਨਾਂ ਤੋਂ ਤੂੰ ਡਰੇਗਾ। ਇਹਨਾਂ ਦਾ ਸ਼ਸਤਰਾਂ ਦਾ ਹੀ ਪ੍ਰਤਾਪ ਵੇਖੇਗਾ ਤੁਰਕਾਂ ਦੇ ਹੱਥਾਂ ਵਿੱਚ ਔਰ ਡਰੇਗਾ। ਦੇਨ ਲਗੇ ਹਮ ਅਧਿਕ ਬੜਾਈ, ਅਸਾਂ ਤਾਂ ਤੈਨੂੰ ਅਧਿਕ ਵਡਿਆਈ ਦੇਣ ਲੱਗੇ ਸੀ ਕਪੂਰਿਆ, ਤੈਨੂੰ ਮਾਣ ਦੇਣ ਲੱਗੇ ਸੀ। ਭਇਓ ਨਿਭਾਗ ਨ ਸਕੇ ਪਾਈ, ਪਰ ਤੂੰ ਨਿਭਾਗਾਂ, ਤੇਰੇ ਭਾਗਾਂ 'ਚ ਨਹੀਂ, ਤੂੰ ਉਹ ਵਡਿਆਈ ਪ੍ਰਾਪਤ ਨਹੀਂ ਕਰ ਸਕਿਆ। ਆਨੰਦਪੁਰਾ ਬਸਹੇ ਗੋ ਸਦਾ, ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਆਨੰਦਪੁਰ ਸਾਹਿਬ ਉਜੜ ਗਿਆ, ਪਾਤਸ਼ਾਹ ਕਹਿੰਦੇ ਆਨੰਦਪੁਰ ਸਾਹਿਬ ਰਹਿੰਦੀ ਦੁਨੀਆ ਤੱਕ ਵਸਿਆ ਰਹੇਗਾ। ਉਹ ਸਦਾ ਵਸਦਾ ਰਹੇਗਾ, ਸ੍ਰੀ ਆਨੰਦਪੁਰ ਸਾਹਿਬ ਸਦਾ ਵਸੇਗਾ। ਇਸ ਥਲ ਤੇ ਤੂੰ ਹੀ ਹੋਏ ਅਦਾ, ਵਸੇਗਾ ਕੋਟ ਕਪੂਰਾ ਵੀ, ਪਰ ਕਪੂਰਿਆ ਤੇਰਾ ਇੱਥੇ ਨਾਂ ਨਹੀਂ ਰਹੇਗਾ, ਤੂੰ ਇੱਥੋਂ ਨਹੀਂ ਸਦਾ ਵਾਸਤੇ ਚਲਾ ਜਾਏਗਾ। ਤੂੰ ਇਹਦੇ ਤੋਂ ਅਦਾ ਦਾ ਮਤਲਬ ਵੱਖਰਾ ਹੋ ਜਾਵੇਂਗਾ ਕੋਟ ਕਪੂਰੇ ਨਗਰ ਤੋਂ। ਜਿਨ ਕੋ ਬੰਦਾ ਕਰੇ ਸੋ ਬੰਦ, ਇਹਨਾਂ ਦਾ ਤੂੰ ਬੰਦਾ ਉਹੀ ਤੈਨੂੰ ਬੰਨਣਗੇ। ਤੂੰ ਕਹਿਣਾ ਨਾ ਵੀ ਮੈਂ ਤੁਰਕਾਂ ਦਾ ਬੰਦਾ ਹਾਂ, ਮਹਾਰਾਜ ਕਹਿੰਦੇ ਉਹੀ ਤੈਨੂੰ ਬੰਨਣਗੇ। ਦੇ ਫਾਸੀ ਤੋਏ ਕਰੇ ਨਿਕੰਦ, ਫਾਹੇ ਚਾੜ ਕੇ ਮਾਰਨਗੇ। ਤਤ ਅਤਤ ਨ ਮੂਰਖ ਜਾਣੇ, ਤੂੰ ਤਤ ਤੇ ਅਤਤ, ਸਾਰ ਤੇ ਅਸਾਰ ਨੂੰ ਨਹੀਂ ਪਛਾਣਦਾ, ਮੂਰਖ ਹੋ ਰਿਹਾ। ਲਾਭ ਲੈਣ ਤੇ ਟੋਟਾ ਮਾਨੇ, ਤੈਨੂੰ ਲਾਭ ਦੇਣਾ ਚਾਹੁੰਦੇ ਸੀ ਪਰ ਤੂੰ ਟੋਟਾ ਲੈਣਾ ਚਾਹੁੰਦਾ, ਤੂੰ ਹਾਨੀ ਕਰਾਉਣਾ ਚਾਹੁੰਦਾ ਆਪਣੀ। ਪਸ ਜਿਉ ਪੇਟ ਪਰੇ ਪਰ ਸੋਵੇ, ਪਸ਼ੂਆਂ ਵਾਂਗੂ ਪੇਟ ਭਰ ਭਰ ਕੇ ਸੋਨਾ। ਜਸ ਜਗ ਗਤ ਪਰ ਲੋਕ ਕੀ ਖੋਵੇ, ਸੰਸਾਰ ਦਾ ਜਸ ਤੇ ਜਗਤ ਦਾ ਇਹ ਖੋ ਲਿਆ, ਅੱਗੇ ਪਰਲੋਕ ਵੀ ਖੋਇਆ ਗਿਆ। ਮਤ ਅੰਦੇ ਜਾਣਿਓ ਕਛ ਨਾਈ, ਇਹ ਮਤ ਦੇ ਆਨਿਆ ਤੂੰ ਸਾਡੀ ਗੱਲ ਨੂੰ ਸਮਝ ਨਹੀਂ ਸਕਿਆ, ਜਾਣ ਨਹੀਂ ਸਕਿਆ। ਸਭ ਸੁਖ ਦੇਤ ਪਰਿਓ ਦੁਖ ਮਾਈ, ਅਸੀਂ ਤੈਨੂੰ ਸਾਰੇ ਸੁੱਖ ਦੇਣਾ ਚਾਹੁੰਦੇ ਸਾਂ ਪਰ ਤੂੰ ਦੁੱਖਾਂ ਨੂੰ ਗ੍ਰਹਿਣ ਕੀਤਾ। ਜਿਨ ਤੁਰਕਨ ਪਰ ਉਰ ਪਰਵਾਸਾ, ਜਿਨ੍ਹਾਂ ਤੁਰਕਾਂ ਤੇ ਤੈਨੂੰ ਬੜਾ ਭਰੋਸਾ ਹੈ, ਦਿਨ ਤੇ ਹੀ ਤੁਝ ਹੋਏ ਬਿਨਾਸ਼ਾ, ਉਹਨਾਂ ਤੋਂ ਹੀ ਤੇਰਾ ਵਿਨਾਸ਼ ਹੋਵੇਗਾ। ਖੇਹ ਤੋਬਰਾ ਬਦਨ ਚੜਾਏ, ਇਹਦਾ ਤੋਬਰਾ ਤੇਰੇ ਮੂੰਹ ਤੇ ਚਾੜ ਕੇ ਤੈਨੂੰ ਫਾਹੇ ਚਾੜਨਗੇ। ਫਾਂਸੀ ਦੇ ਮਾਰੇ ਸਹਿਸਾਏ, ਔਰ ਫਾਂਸੀ ਦੇ ਕੇ ਤੈਨੂੰ ਮਾਰਨਗੇ। ਸੁਨ ਸ਼ਰਮਿੰਦਤ ਭਇਓ ਕਪੂਰਾ, ਸੁਣ ਕੇ ਕਪੂਰਾ ਬੜਾ ਸ਼ਰਮਸਾਰ ਤੇ ਸ਼ਰਮਿੰਦਾ ਹੋਇਆ। ਨੀਵੀਂ ਗਰੀਵ ਥਿਰਿਓ ਕੁਛ ਕੂਰਾ, ਝੂਠਾ ਸੁਣ ਸਿਰ ਨੀਵਾਂ ਜਾ ਕਰਕੇ ਬਹਿ ਗਿਆ ਮਹਾਰਾਜ ਜੀ ਦੇ ਸਾਹਮਣੇ। ਪੁਨ ਉੱਠ ਆਪਣੇ ਸਦਨ ਸਿਧਾਰਾ, ਉੱਠ ਕੇ ਫਿਰ ਥੱਲੇ ਹੀ ਮੂੰਹ ਕੀਤਾ ਹੋਇਆ, ਅੱਖ ਉਤਾਂ ਅੱਖ ਚੱਕ ਕੇ ਨਹੀਂ ਵੇਖਦਾ, ਟੁਰਿਆ ਜਾਂਦਾ ਵਾਪਸ। ਭਇਓ ਸਰਾਪ ਦਾਰੁਨ ਦੁਖ ਭਾਰਾ, ਇਹਨੂੰ ਇਹ ਵੀ ਪਤਾ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਹੁਣੇ ਸੱਤ ਹੋਣਾ। ਭਲੀ ਹੋਤ ਉਲਟੀ ਗੱਲ ਪਰੀ, ਸੋਚਦਾ ਵੀ ਮੈਂ ਚੰਗਾ ਭਲਾ ਲੈਣ ਆਇਆ ਸੀ, ਮੇਰੀ ਤਾਂ ਉਲਟੀ ਹੋ ਗਈ, ਭਾਵ ਨੁਕਸਾਨ ਹੋ ਗਿਆ। ਪਰਿਓ ਦੁਰਗ ਟਕਰਾਈ ਕਰੀ, ਇਹ ਕਿਲੇ 'ਚ ਜਾ ਵੜਿਆ ਤੇ ਦਰਵਾਜ਼ੇ ਬੰਦ ਕਰਾ ਲਏ। ਦਵਾਰ ਕਿਵਾੜ ਅਸੰਜਤ ਕਰੇ, ਕਿਲੇ ਦੇ ਦਰਵਾਜ਼ੇ ਬੰਦ ਕਰਕੇ ਸੰਗਲ ਮਰਵਾ ਦਿੱਤੇ। ਅਸਨੇ ਹੋਏ ਗੁਰੂ ਵਿੱਚ ਬਰੇ, ਸੋਚਦਾ ਕਿਤੇ ਐਸਾ ਨਾ ਹੋਵੇ ਗੁਰੂ ਜੀ ਧੱਕੇ ਨਾਲ ਅੰਦਰ ਆ ਵੜਨ, ਇਸ ਕਰਕੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਕਿਲੇ ਦੇ ਕਪੂਰੇ ਨੇ। ਪਾਤਸ਼ਾਹੀ ਲਸ਼ਕਰ ਚੜੇ ਆਵੇ, ਤੇ ਜੇ ਪਾਤਸ਼ਾਹੀ ਲਸ਼ਕਰ ਚੜ ਕੇ ਆ ਗਿਆ, ਜੇ ਗੁਰੂ ਜੀ ਇੱਥੇ ਕਿਲੇ ਵਿੱਚ ਵੜ ਗਏ, ਮਾਰ ਗਰਦ ਮੈਂ ਦੁਰਗ ਮਿਲਾਵੇ, ਉਹ ਮਾਰ ਕੇ ਮੇਰਾ ਕਿਲਾ ਵੀ ਜਿਹੜਾ ਗਰਦ ਚ ਮਿਲਾ ਕੇ ਰੱਖ ਦੇਣਗੇ। ਜਾਂ ਤੇ ਮੂੰਦ ਲੀਏ ਦਰਵਾਜੇ, ਇਸ ਕਰਕੇ ਨੇ ਮੂਰਖ ਨੇ ਦਰਵਾਜ਼ੇ ਹੀ ਬੰਦ ਕਰ ਦਿੱਤੇ। ਚਿਤ ਮੈਂ ਚਿੰਤ ਮਾਇ ਉਪਰਾਜੇ, ਮਨ ਵਿੱਚ ਵੱਡੀ ਚਿੰਤਾ ਕਰਦਾ ਹੈ। ਗੁਰੂ ਬਾਕ ਨੇ ਮੂਰਖ ਮਾਨਿਓ,
लियो न बर तो श्राप बखानियो। सतगुरु सच्चे पातशाह जी दे बचन मूर्ख ने नहीं मन्ने, सतगुरां दी बख्शिश नहीं लै सकिया। महाराज सच्चे पातशाह जी दी उपट्ठी नजर होई, जिस नाल वड्डे वड्डे सुल्तान भी घाह खाण नूं मजबूर हो जांदे हन। नजर उपट्ठी जे करे सुल्ताना घाहो कराएंदा, दर मंगण भिख ना पाएंदा। ਇਹਦੀ ਆਪਣੀ ਬਿਰਤੀ ਮੁਤਾਬਕ ਇਹਨੂੰ ਫਲ ਸਤਿਗੁਰਾਂ ਕੋਲੋਂ ਪ੍ਰਾਪਤ ਹੋਇਆ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾਂ ਅਰਦਾਸ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਾਂਹ ਵਾਸਤੇ ਸਦਬੁੱਧੀ ਸਮਤ ਪ੍ਰਦਾਨ ਕਰਨ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਸਾਧ ਸੰਗਤ ਜੀ ਬੇਨਤੀ ਹੈ, ਕੱਲ 27 ਤਰੀਕ ਨੂੰ ਇਸੇ ਸਮੇਂ ਸ਼ਾਮ ਨੂੰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਇੱਕ ਵਿਸ਼ਾਲ ਗਤਕਾ ਪ੍ਰਦਰਸ਼ਨੀ ਹੋ ਰਹੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਵੱਧ ਚੜ ਕੇ ਹਾਜ਼ਰੀਆਂ ਭਰੋ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। 1 ਤਰੀਕ ਨੂੰ 1 ਮਾਰਚ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ, ਦਰਸ਼ਨ ਦਿਦਾਰੇ ਨਗਰ ਕੀਰਤਨ ਜੋ ਨੌਵੇਂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨ ਨੇ ਪਟਿਆਲਾ ਜ਼ਿਲ੍ਹੇ ਵਿੱਚ, ਤਿੰਨਾਂ ਸਥਾਨਾਂ ਦੀ ਯਾਤਰਾ ਵਾਸਤੇ ਦਰਸ਼ਨਾਂ ਦੇ ਵਾਸਤੇ ਸੰਗਤਾਂ ਨੇ ਦੂਖ ਨਿਵਾਰਨ ਸਾਹਿਬ ਤੋਂ ਚੱਲਣਾ ਹੈ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਚੜ ਕੇ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਨਗਰ ਕੀਰਤਨਾਂ ਦੀਆਂ ਰੌਣਕਾਂ ਵਧਾਓ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म अबनासी अगनास पूरन हे सर्ब मैं दुख पंजन गुण तास संगी हे निरंकार हे निर्गुण सब टेक गोविंद हे गुण निधान जाके सदा बबेक अपरंपर हर हरे है पियो अणहार संतह कै सदा संग निधारा आधार ठाकुर हाँ दासरो निर्गुण गुण नहीं कोई नानक दीजै नाम दान राखो ही है परोए प्रभ शरणागति कृपा निध दयाल एक अखर हर मन बस्त नानक होत निहाल गुरु नाम जहाज है चढ़े सो तेरे पार जो शरदा कर सेवंदे गुर पारे उतारन हार गुरु नाम जहाज है चढ़े सो तेरे पार जो शरदा कर सेवंदे गुर पारे उतारन हार। वाहिगुरु जी का खालसा वाहिगुरु जी की